10ਵੀਂ ਤੋਂ ਹੀ ਮੈਨੂੰ 10ਵੀਂ ਤੋਂ ਨਹੀਂ, ਸਕੂਲ ਟਾਈਮ ਤੋਂ ਹੀ ਮੈਨੂੰ ਜਿਹੜਾ ਲਿਟਰੇਚਰ ਦਾ, ਸਾਹਿਤ ਦਾ, ਕਿਤਾਬਾਂ ਦਾ ਪੜ੍ਹਨ ਦਾ ਸ਼ੌਂਕ ਸੀ। ਉਦੋਂ ਅਸੀਂ ਪਿੰਡ ਰਹਿੰਦੇ ਸੀ। ਮੇਰਾ ਪਿੰਡ ਘਰਿੰਡਾ ਹੈ। ਮੈਂ ਉਦੋਂ ਸਕੂਲ ਪੜ੍ਹਦਾ ਸੀ ਅਤੇ ਮੇਰੇ ਜਿਹੜੇ ਚਾਚੇ ਸੀ ਉਹ ਖਾਲਸਾ ਕਾਲਜ ਪੜ੍ਹਦੇ ਸੀ। ਅੱਛਾ। ਜਾਂ ਮੈਡੀਕਲ ਕਾਲਜ। ਪਿੰਡ ਸਾਡੀ ਜੁਆਇੰਟ ਫੈਮਿਲੀ ਸੀ। 3-4 ਜਿਹੜੀਆਂ ਪਰਿਵਾਰ ਅਸੀਂ ਇਕੱਠੇ ਰਹਿੰਦੇ ਸੀ। ਹੁਣ ਉਹਨਾਂ ਦੀਆਂ ਜਿਹੜੀਆਂ ਮੇਰੇ ਚਾਚਿਆਂ ਦੀਆਂ ਕਿਤਾਬਾਂ ਸੀ ਜਿਹੜੀਆਂ ਪੰਜਾਬੀ ਸਿਲੇਬਸ ਦੀਆਂ, ਉਹ ਮੈਂ ਸਾਰੀਆਂ ਪੜ੍ਹ ਲਈਆਂ ਸੀ। 10ਵੀਂ ਦਾ ਉਹਨਾਂ ਦੇ ਸਿਲੇਬਸ ਜਿਹੜੀਆਂ ਕਹਾਣੀਆਂ ਲੱਗੀਆਂ ਸੀ ਜਾਂ ਲੇਖ ਜਾਂ ਸਾਹਿਤਕ ਲੇਖ ਜਾਂ ਕੁਛ ਵੀ ਮੈਨੂੰ ਮਿਲਦਾ ਸੀ, ਅਖਬਾਰ ਮਿਲਦੀ ਸੀ। ਈਵਨ ਕਿ ਕਦੀ ਪਿੰਡੋਂ ਅੰਮ੍ਰਿਤਸਰ ਜਾਣਾ ਤੇ ਮੈਂ ਬੱਸ ਦੀ ਟਿਕਟ ਵੀ ਸਾਰੀ ਪੜ੍ਹ ਲੈਂਦਾ ਹੁੰਦਾ ਸੀ। ਅੱਛਾ। ਉਹ ਤਾਂ ਸਾਰੇ ਪਿੰਡਾਂ ਦੇ ਨਾਂ ਲਿਖੇ, ਸਾਰੇ ਪਿੰਡਾਂ ਦੇ ਨਾਂ ਲਿਖੇ ਹੁੰਦੇ ਸੀ। ਸੋ ਇਸ ਤਰ੍ਹਾਂ ਉਦੋਂ ਦਾ ਹੀ ਸ਼ੌਂਕ ਪਿਆ। ਅਤੇ ਉਸ ਤੋਂ ਬਾਅਦ ਫਿਰ ਮੈਂ 10ਵੀਂ ਤੋਂ ਬਾਅਦ ਫਿਰ ਮੈਂ ਖਾਲਸਾ ਕਾਲਜ ਆ ਗਿਆ। ਅੱਛਾ। ਅਤੇ ਖਾਲਸਾ ਕਾਲਜ ਪੜ੍ਹਦਿਆਂ ਉੱਥੇ ਬੜੇ ਨਵੇਂ ਤਜਰਬੇ, ਨਵੇਂ ਲੋਕ। ਅਤੇ ਫਿਰ ਕਿਉਂਕਿ ਰੋਜ਼ ਜਾਈਦਾ ਸੀ ਅੰਮ੍ਰਿਤਸਰ ਸ਼ਹਿਰ, ਫਿਰ ਜਿਹੜੇ ਮਾਸਿਕ ਰਸਾਲੇ ਸੀ, ਆਰਸੀ, ਨਾਗਮਣੀ, ਹੋਰ ਬਹੁਤ ਸਾਰੇ ਸੀ ਜਿਹੜੇ, ਪ੍ਰੀਤਲੜੀ, ਉਦੋਂ ਅੱਖਰ ਵੀ ਸੀਗਾ ਰੈਗੂਲਰ ਪੜ੍ਹਨੇ, ਹਾਲਗੇਟ ਤੋਂ ਮਿਲਦੇ ਸੀ। ਅਤੇ ਮੇਰਾ ਜਿਹੜਾ ਪਾਕਟ ਮਨੀ ਸੀ ਸਾਰਾ ਕਿਤਾਬਾਂ 'ਤੇ ਖਰਚ ਹੁੰਦਾ ਸੀ। ਅੱਛਾ। ਸਹੀ। ਜਾਂ ਮੈਂ ਜਿੰਨਾ ਕੁ ਮੈਨੂੰ ਮਿਲਦਾ ਸੀ ਫਿਰ ਮੈਂ ਜਮ੍ਹਾਂ ਕਰ ਛੱਡਣਾ, ਫਿਰ ਕੋਈ ਕਿਤਾਬ ਲਿਆਉਣੀ। ਉਦੋਂ ਰਵੀ ਸਾਹਿਤ ਵਾਲਿਆਂ ਦੀ ਦੁਕਾਨ ਜਿਹੜੀ ਸੀ ਹਾਲਗੇਟ ਦੇ ਅੰਦਰ ਭੀੜੀ ਜੀ ਗਲੀ 'ਚ ਹੁੰਦੀ ਸੀ। ਅਤੇ ਉੱਥੇ ਮੇਰਾ ਅਕਸਰ ਹਫ਼ਤੇ 'ਚ 1-2 ਵਾਰੀ ਜਾਣਾ ਬਣਦਾ ਹੀ ਰਹਿੰਦਾ ਸੀ। ਅਤੇ ਉੱਥੋਂ ਮੈਂ ਕਿਤਾਬਾਂ ਖਰੀਦਦੇ ਰਹਿਣਾ। ਮਤਲਬ ਉਹਨਾਂ ਦਿਨਾਂ 'ਚ ਹੀ ਮੇਰੇ ਘਰ ਕੋਈ 50-60 ਕਿਤਾਬਾਂ ਦੀ ਲਾਇਬ੍ਰੇਰੀ ਬਣ ਗਈ ਸੀ। ਵਾਹ ਜੀ ਵਾਹ। ਅਤੇ ਕਾਲਜ ਦੇ ਦੌਰਾਨ ਹੀ ਫਿਰ ਮੈਂ ਜਿਹੜਾ ਤੁਸੀਂ ਕਹਿੰਦੇ ਹੋ ਆਰਟਿਸਟ ਵਾਲਾ ਕੰਮ, ਉਹ ਇੱਕ ਆਈਡੀਆ ਮੇਰੇ ਦਿਮਾਗ 'ਚ ਚੱਲਦਾ ਰਹਿੰਦਾ ਸੀ ਕਿ ਮੈਂ ਜਦੋਂ ਮੈਗਜ਼ੀਨ ਖਰੀਦਦਾ ਸੀ, ਇਹ ਮੈਗਜ਼ੀਨ ਉਹਨਾਂ 'ਚ ਮੈਂ ਫੋਟੋਆਂ ਕੱਟਣੀਆਂ ਸ਼ੁਰੂ ਕੀਤੀਆਂ। ਉਦੋਂ ਕੰਪਿਊਟਰ ਥੋੜ੍ਹੀ ਹੁੰਦਾ ਸੀ। ਫੋਟੋਆਂ ਮੈਂ ਐਜ ਟੂ ਐਜ ਕੱਟ ਲੈਣੀਆਂ। ਫਿਰ ਕਿਸੇ ਫੋਟੋ ਦਾ ਕੋਈ ਪਾਰਟ, ਕਿਸੇ ਦਾ ਕੋਈ ਹਿੱਸਾ, ਕਿਸੇ ਦੀ ਲੱਤ, ਕਿਸੇ ਦੀ ਬਾਂਹ, ਅਤੇ ਉਹਨਾਂ ਨੂੰ ਫਿਰ ਮੈਂ ਇੱਕ ਬਲੈਕ ਸ਼ੀਟ ਦੇ ਉੱਪਰ ਫਿਕਸ ਕਰਨਾ, ਜੋੜਨਾ, ਅਤੇ ਉਹਦੇ ਉੱਤੇ ਕੋਈ ਸ਼ੇਅਰ ਲਿਖ ਦੇਣਾ। ਅੱਛਾ। ਉਹ ਵੀ ਮੈਂ ਉਦੋਂ ਫਰੇਮ ਕਰਾ ਲੈਂਦਾ ਸੀ। ਮਤਲਬ ਉਹ ਇਸ ਤਰ੍ਹਾਂ ਹੈ ਕਿ ਇੱਕ ਹੁਣ ਮੈਨੂੰ ਜ਼ਿਆਦਾ ਯਾਦ ਨਹੀਂ ਹੈ ਸਾਰੇ ਕਿਹੜੇ ਕਿਹੜੇ ਸ਼ੇਅਰਾਂ 'ਤੇ ਕੀ ਬਣਾਇਆ ਸੀ। ਮੈਂ ਇੱਕ ਦੱਸਦਾ ਤੁਹਾਨੂੰ। ਮੈਂ ਇੱਕ ਪੈਰ ਦੀ ਫੋਟੋ ਲਈ, ਬੜਾ ਜਿਸ ਤਰ੍ਹਾਂ ਟੁੱਟੀ ਜਿਹੀ ਚੱਪਲ ਪਾਈ ਹੋਈ ਪੈਰ 'ਚ, ਅਤੇ ਪੈਰ ਵੀ ਬੜਾ ਜਿਸ ਤਰ੍ਹਾਂ ਸੜਿਆ ਫੁੱਕਿਆ ਜਿਹਾ ਪੈਰ, ਨਹੀਂ ਕਾਮੇ ਦਾ ਪੈਰ, ਮਜ਼ਦੂਰ ਦਾ ਪੈਰ, ਫਟੀਆਂ ਹੋਈਆਂ ਵਿਆਈਆਂ ਹੁੰਦੀਆਂ, ਅਤੇ ਟੁੱਟੀ ਜਿਹੀ ਚੱਪਲ ਆ, ਕਾਲਾ ਜਿਹਾ ਰੰਗ ਆ। ਦੂਸਰਾ ਪੈਰ ਮੈਂ ਕੱਟਿਆ, ਉਹਦੇ 'ਚ ਬ੍ਰੈਂਡਡ, ਉਹ ਖੂਬਸੂਰਤ ਪੈਰ ਹੋਣਾ, ਬ੍ਰੈਂਡਡ ਸ਼ੂ ਆ, ਬੂਟ ਪਾਇਆ ਆ, ਅਤੇ ਉਹ ਇੱਕ ਖੱਬਾ ਸੀ, ਇੱਕ ਸੱਜਾ। ਉਹ ਦੋਨਾਂ ਨੂੰ ਮੈਂ ਫਿਕਸ ਕਰ ਲਿਆ, ਪੋਜੀਸ਼ਨ ਦੇ ਦਿੱਤੀ ਕਿ ਪੋਜੀਸ਼ਨ ਵਾਈਜ਼ ਕਿ ਇੱਕੋ ਬੰਦੇ ਦੇ ਪੈਰ ਹੋਣ। ਅਤੇ ਉਹਦੇ ਥੱਲੇ ਮੈਂ ਲਿਖਿਆ, ਸ਼ਿਵ ਦੀ ਲਾਈਨ ਹੈ, ਜੇ ਗੋਰੀ ਰਾਤ ਹੈ ਚੰਨ ਦੀ ਤਾਂ ਕਾਲੀ ਰਾਤ ਹੈ ਕਿਸ ਦੀ। ਸਹੀ। ਉਹਨਾਂ ਦਿਨਾਂ 'ਚ ਫਿਰ ਡਾਕਟਰ ਆਤਮਜੀਤ ਨਾਟਕਾਂ ਵਾਲੇ, ਇਹ ਅਜਨਾਲੇ ਸੀ। ਉਹਨਾਂ ਨੇ ਕਿਤੇ ਦੇਖਿਆ ਮੇਰਾ ਕੰਮ। ਅਜਨਾਲੇ ਵੀ ਮੈਂ ਜਾਂਦਾ ਰਹਿੰਦਾ ਸੀ ਕਾਲਜ, ਗੌਰਮੈਂਟ ਕਾਲਜ ਅਜਨਾਲਾ। ਉਹ ਕਹਿੰਦੇ ਤੇਰੀ ਐਗਜ਼ੀਬਿਸ਼ਨ ਲਾਈ। ਅੱਛਾ। ਉਹਨਾਂ ਨੇ ਆਪਣੇ ਅਜਨਾਲੇ ਕਾਲਜ, ਇਹ ਕੋਈ ਹੋਣਗੇ 25-30 ਵਰਕ, ਜਿਨ੍ਹਾਂ ਦੀ ਮੇਰੀ ਐਗਜ਼ੀਬਿਸ਼ਨ ਲੱਗੀ। ਕਿਆ ਬਾਤ। ਅਤੇ ਉਦੋਂ ਜੋ ਮੈਨੂੰ ਕੰਪਲੀਮੈਂਟ ਮਿਲੇ ਜਿਹੜੇ ਲੋਕਾਂ ਨੇ ਦਿੱਤੇ, ਉਹ ਸ਼ਾਇਦ ਅਜੇ ਵੀ ਕਿਤੇ ਪਏ ਹੋਣਗੇ। ਇੱਕ ਛੋਟੀ ਜਿਹੀ ਕਾਪੀ ਰੱਖ ਦਿੱਤੀ ਸੀ ਮੈਂ, ਉਹਦੇ 'ਤੇ ਉਹਨਾਂ ਨੇ ਲਿਖੇ, ਡਾਕਟਰ ਸਾਹਿਬ ਨੇ ਵੀ ਲਿਖੇ, ਹੋਰਨਾਂ ਨੇ ਵੀ। ਅਤੇ ਉਹ ਸ਼ੇਅਰਾਂ ਦੀ ਵੀ ਬੜੀ ਵਧੀਆ ਕਲੈਕਸ਼ਨ ਸੀ ਉਹਨਾਂ ਦੇ ਉੱਤੇ। ਅਤੇ ਹੁਣ ਉਦੋਂ ਮੋਬਾਈਲ ਨਹੀਂ ਸੀ ਹੁੰਦੇ ਕਿ ਲੋਕ ਫੋਟੋਆਂ ਖਿੱਚ ਕੇ ਲੈ ਜਾਂਦੇ, ਜਾਂ ਮੈਂ ਹੀ ਖਿੱਚ ਲੈਂਦਾ।
ਹੁੰਦੇ ਤਾਂ ਅੱਜ ਸ਼ਾਇਦ ਮੈਂ ਉਹ ਵੀ ਦਿਖਾ ਸਕਦਾ ਕੰਮ ਆਪਣਾ। ਸਹੀ। ਹਾਂ। ਤੇ ਸਾਡੇ ਉੱਥੇ ਇੱਕ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਅਜਨਾਲੇ, ਹੂੰ ਮੈਨੂੰ ਉਹਨਾਂ ਦਾ ਲਿਖਿਆ ਯਾਦ ਹੈ। ਉਹਨਾਂ ਨੇ ਲਿਖਿਆ ਸੀ, ਕਾਸ਼ ਕਿ ਮੇਰੀ ਵੀ ਫਲਾਈਟ ਆਫ ਇਮੈਜੀਨੇਸ਼ਨ ਇੰਨੀ ਹੁੰਦੀ। ਅੱਛਾ। ਮਤਲਬ ਉਹਨੂੰ ਬੜਾ ਫਿਰ ਮਾਣ ਹੁੰਦਾ ਸੀ ਆਪਣੇ ਆਪ ਤੇ ਕਿ ਸਰ ਨੇ ਇਸ ਤਰ੍ਹਾਂ ਲਿਖਿਆ ਤੇ ਇਹਨਾਂ ਨੇ ਕੀਤਾ। ਫਿਰ ਉਹ ਕੰਮ ਥੋੜ੍ਹਾ ਥੋੜ੍ਹਾ ਚੱਲਦਾ ਰਿਹਾ ਤੇ ਉਨੀ ਦੇਰ 'ਚ ਮੇਰੀ ਗ੍ਰੈਜੂਏਸ਼ਨ ਵੀ ਹੋ ਗਈ। ਹਾਂ। ਤੇ ਗ੍ਰੈਜੂਏਸ਼ਨ ਤੋਂ ਬਾਅਦ ਇਹ ਵੀ ਇੱਕ ਬੜਾ ਅਜੀਬ ਵਾਕਿਆ ਹੈ। ਅੱਛਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਂ ਪੰਜਾਬੀ ਦੀ MA 'ਚ ਐਡਮਿਸ਼ਨ ਲੈਣੀ ਸੀ। ਉਹ ਉੱਥੇ ਐਡਮਿਸ਼ਨ ਨਹੀਂ ਮਿਲੀ। ਅੱਛਾ। ਇੱਕ ਤੇ ਗ੍ਰੈਜੂਏਸ਼ਨ BA 'ਚੋਂ ਟੋਟਲ ਮੇਰੇ ਨੰਬਰ ਸੀ ਸਿਰਫ 33%। ਅੱਛਾ। ਯੂਨੀਵਰਸਿਟੀ ਜਾ ਕੇ ਪਤਾ ਲੱਗਿਆ ਕਿ 33% 'ਚੋਂ ਵੀ ਇੱਕ ਨੰਬਰ ਹੋਰ ਘੱਟ ਹੈ, ਜਿਹੜਾ ਕਿ ਮੈਂ ਉਹਨਾਂ ਦੀ ਫਿਰ ਕੰਡੀਸ਼ਨ ਨਹੀਂ ਸੀ ਪੂਰੀ ਕਰਦਾ ਤੇ ਉਹਨਾਂ ਨੇ ਮੈਨੂੰ ਨਾ ਕਰ ਦਿੱਤੀ, ਕਹਿੰਦੇ ਐਡਮਿਸ਼ਨ ਨਹੀਂ ਮਿਲਦੀ। ਇੱਕ ਸਾਡੇ ਉੱਥੇ ਸਤਿੰਦਰ ਸਿੰਘ ਪ੍ਰੋਫੈਸਰ ਹੁੰਦੇ ਸੀ, ਉਹ ਕਹਿੰਦੇ ਜਿਹੜਾ ਤੈਨੂੰ ਤੁਸੀਂ ਐਡਮਿਸ਼ਨ ਤੇ ਜ਼ਰੂਰ ਦੇਣੀ। ਰੀਜ਼ਨ ਇਹ ਸੀ, ਜਿਹੜਾ ਟੈਸਟ ਹੋਇਆ ਸੀ ਉੱਥੇ ਐਂਟਰੈਂਸ ਟੈਸਟ ਯਾਨੀ ਐਡਮਿਸ਼ਨ ਵਾਸਤੇ 20 ਨੰਬਰ ਦਾ ਪੰਜਾਬੀ ਦੀ ਜਨਰਲ ਨੌਲੇਜ ਦਾ ਟੈਸਟ, ਯਾਨੀ ਇਸ ਮੈਗਜ਼ੀਨ ਦਾ ਐਡੀਟਰ ਕੌਣ ਹੈ, ਅੱਛਾ ਉਹ ਤੁਹਾਨੂੰ ਪਤਾ ਹੋਣਾ, ਇਸ ਕਹਾਣੀ ਦਾ ਰਾਈਟਰ ਕੌਣ ਆ, ਇਸ ਨਾਟਕ ਦਾ ਡਾਇਰੈਕਟਰ ਕੌਣ ਆ, ਫਲਾਣੀ ਅਖਬਾਰ ਦਾ ਸੰਪਾਦਕ ਕੌਣ ਆ, ਕਾਲਮਾਂ ਦੇ ਨਾਮ ਕੀ ਆ, ਫਿਰ ਕੋਈ ਕਵਿਤਾ ਲਿਖੀ ਹੋਈ ਆ ਇਹਦਾ ਸ਼ਾਇਰ ਕੌਣ ਆ। ਸਹੀ ਹੈ, ਸਹੀ। ਕੋਈ ਹੋਰ ਇਹਦੇ ਨਾਲ ਰਲਦੇ ਮਿਲਦੇ 20 ਸਵਾਲ ਸੀ। 20 ਚੋਂ ਮੇਰੇ 17 ਨੰਬਰ ਆਏ। ਹੁਣ ਤੁਸੀਂ ਇਹ ਪੁੱਛੋਗੇ ਕਿ ਮਤਲਬ ਇੰਨੇ ਨੰਬਰ ਵੀ ਨਹੀਂ ਮੈਂ ਲੈ ਸਕਿਆ। ਆਹੋ, ਉਹ ਕਿਉਂ? ਮੈਂ ਹੋਰ ਹੀ ਕਿਤਾਬਾਂ ਪੜ੍ਹਦਾ ਰਹਿੰਦਾ ਸੀ, ਸਿਲੇਬਸ ਦੀਆਂ ਪੜ੍ਹੀ ਦੀਆਂ ਨਹੀਂ। ਮਤਲਬ ਉਹਨਾਂ ਦੇ ਦਿਨਾਂ ਦੇ ਦੌਰਾਨ ਮੈਂ ਇੰਗਲਿਸ਼ ਦੇ ਵੀ 5-7 ਕਲਾਸਿਕ ਨਾਵਲ ਪੜ੍ਹ ਚੁੱਕਿਆ ਸੀ, ਡਿਕਸ਼ਨਰੀ ਕੋਲ ਰੱਖ ਕੇ। ਹਾਂ। ਇੱਕ ਦਿਨ ਅਸੀਂ 3-4 ਜਣੇ ਜਾ ਰਹੇ ਸੀ ਲਾਇਬ੍ਰੇਰੀ ਅੱਗੋਂ ਲੰਘ ਰਹੇ, ਉਦੋਂ ਸ਼ਾਇਦ ਮੈਂ ਸੈਕੰਡ ਈਅਰ 'ਚ ਹੋਊਗਾ, ਅਤੇ ਸਾਡੇ ਅੰਗਰੇਜ਼ੀ ਦੇ ਹੈੱਡ ਹੁੰਦੇ ਸੀ ਖਾਲਸਾ ਕਾਲਜ, ਪ੍ਰੋਫੈਸਰ ਕਰਨੈਲ ਸਿੰਘ। ਮੇਰੇ ਹੱਥ 'ਚ ਕੁਝ ਕਿਤਾਬਾਂ ਸੀ, ਉਹਨਾਂ ਨੇ ਕਿਤੇ ਇਹਨਾਂ ਦੀ ਨਜ਼ਰ ਪਈ ਹੋਣੀ ਹੈ ਅਤੇ ਕਹਿੰਦੇ ਉਹ ਹੈਲੋ ਇੱਧਰ ਆ ਡੀਅਰ। ਉਹ ਡੀਅਰ ਕਹਿੰਦੇ ਸਭ, ਇੱਕ ਤਾਂ ਡੀਅਰ ਪਿਆਰਾ ਹੁੰਦਾ ਨਾ, ਇੱਕ ਡੀਅਰ ਹੁੰਦਾ ਹਿਰਨ। ਤੈਨੂੰ ਉਹ ਦੂਜਾ ਡੀਅਰ ਕਹਿੰਦੇ। ਅਸਲ 'ਚ ਉਹਨਾਂ ਦਾ ਨਾ ਦਬਦਬਾ ਬੜਾ ਹੁੰਦਾ ਸੀ, ਮਤਲਬ ਉਹਨਾਂ ਨੂੰ ਵੇਖ ਕੇ ਲੋਕੀ ਸਟੂਡੈਂਟ ਰਾਹ ਹੀ ਛੱਡ ਦਿੰਦੇ ਸੀ ਵੀ। ਕਈਆਂ ਦਾ ਹੁੰਦਾ ਬੜੇ ਇੰਟੈਲੀਜੈਂਟ ਬੰਦੇ ਸੀ, ਸੁਪਰ ਇੰਟੈਲੀਜੈਂਟ। ਆ ਕੀ ਹੈ ਤੇਰੇ ਹੱਥ 'ਚ? ਮੈਂ ਸਾਰਾ ਨਾਵਲ ਹੈ। ਉਹ ਨਾਵਲ ਸੀ ਆਈਨ ਰੈਂਡ ਦਾ ਫਾਊਂਟੇਨ ਹੈਡ। ਇਹ ਕਿੱਥੋਂ ਲਿਆ ਤੂੰ? ਮੈਂ ਕਿਹਾ ਜੀ ਹਾਲ ਪਿਆ ਅਤੇ ਇਹ ਤੂੰ ਪੜ੍ਹਿਆ? ਮੈਂ ਕਿਹਾ ਜੀ ਪੜ੍ਹ ਰਿਹਾ। ਕਿੱਥੋਂ ਤੱਕ ਪੜ੍ਹਿਆ? ਉਹ 60 ਪੇਜ ਪੜ੍ਹੇ ਸੀ। ਅੱਛਾ। ਅਤੇ ਮੇਰੇ ਵੱਲ ਉਹਨਾਂ ਨੇ ਦੇਖਦੇ ਰਹੇ ਧਿਆਨ ਨਾਲ, ਮੈਨੂੰ ਕਹਿੰਦੇ ਦੁਪਹਿਰ ਤੋਂ ਬਾਅਦ ਮੇਰੇ ਦਫ਼ਤਰ ਆਈ। ਮੈਂ ਗਿਆ ਅਤੇ ਉਹਨਾਂ ਨੇ ਮੈਨੂੰ ਪਿਛਲੇ 60 ਪੇਜਾਂ 'ਚੋਂ ਕਿਤੋਂ ਪੁੱਛਿਆ ਉਹਨਾਂ ਨੇ। ਅੱਛਾ, ਪੁੱਛਿਆ? ਹਾਂ, ਵੀ ਪੜ੍ਹਿਆ ਵੀ ਕਿ ਨਹੀਂ। ਕਿਵੇਂ ਮੈਂ ਐਵੇਂ ਕੁੜੀਆਂ 'ਚ ਨੰਬਰ ਬਣਾਉਣ ਵਾਸਤੇ ਕਿਤਾਬ ਪੜ੍ਹੀ ਆ, ਇਹ ਵੀ ਗੱਲਾਂ ਹੁੰਦੀਆਂ। ਮੋਟੀ ਜਿਹੀ ਕਿਤਾਬ ਅੰਗਰੇਜ਼ੀ ਦੀ। ਹਾਂ, ਇਹ ਵੀ ਹੁੰਦੀਆਂ ਨੇ। ਹਾਂ, ਉਹ ਵੀ ਦੱਸੋਗੇ ਜੀ ਹੌਲੀ ਹੌਲੀ। ਅਤੇ ਤੁਸੀਂ ਦੱਸਿਓ ਫਿਰ ਨਾ। ਅੱਛਾ। ਫਿਰ ਉਹ ਮੈਨੂੰ ਆਪਣੀ MA ਦੀ ਕਲਾਸ 'ਚ ਲੈ ਕੇ ਅਤੇ ਕਹਿੰਦੇ ਆ ਦਿਖਾ ਇਹਨਾਂ ਨੂੰ ਕਿਤਾਬ। ਕਹਿੰਦੇ ਆ ਕਿਸੇ ਨੇ ਪੜ੍ਹਿਆ ਫਾਊਂਟੇਨ ਹੈਡ? ਕਿਸੇ ਨੇ ਸੁਣਿਆ ਵੀ ਨਹੀਂ ਸੀ, ਪੜ੍ਹਿਆ ਤਾਂ ਕੀ। ਅਤੇ ਮੈਨੂੰ ਤਾਂ ਪਤਾ ਲੱਗਿਆ ਸੀ ਕਿ ਉਹਦਾ ਨਾਗਮਣੀ 'ਚ ਅੰਮ੍ਰਿਤਾ ਜੀ ਨੇ ਜ਼ਿਕਰ ਕੀਤਾ ਸੀ। ਉਸ ਤੋਂ ਬਾਅਦ ਉਹਦੀ ਦੂਸਰੀਆਂ ਕਿਤਾਬਾਂ ਐਟਲਸ ਸ਼ਰਗਡ, ਫਿਰ ਹੈਮਿੰਗਵੇ ਦਾ ਓਲਡ ਮੈਨ ਐਂਡ ਦਾ ਸੀ, ਫਿਰ
ਲਸਟ ਫਾਰ ਲਾਈਫ, ਇੱਕ ਚਾਈਨੀਜ਼ ਰਾਈਟਰ ਸੀ ਉਹਦੇ। ਪੰਜਾਬੀ ਦੀਆਂ ਤੇ ਆਲਮੋਸਟ ਸਾਰੀਆਂ ਹੀ ਜਿਹੜੀਆਂ ਬੜੀਆਂ ਮਸ਼ਹੂਰ ਕਿਤਾਬਾਂ ਸੀ। ਮੈਂ ਹੁਣ ਵੀ ਰੂਟੀਨ ਨਾਲ ਪੜ੍ਹਦਾ। ਪੜ੍ਹਨ ਤੋਂ ਬਗੈਰ ਗੱਲ ਨਹੀਂ ਬਣਦੀ। ਨਹੀਂ, ਸਹੀ ਹੈ ਬਿਲਕੁਲ। ਪੜ੍ਹਨ ਤੋਂ ਆ ਜਿਹੜਾ ਮੈਂ ਆਰਟ ਵਰਕ ਕਰਦਾ, ਕਵਿਤਾ ਪੋਸਟਰ ਨੇ, ਪੰਜਾਬੀ ਦੇ ਪੋਸਟਰ ਨੇ। ਹੁਣ 90% ਮੇਰਾ ਆਰਟ ਵਰਕ ਜਿਹੜਾ ਨਾ ਲਿਟਰੇਚਰ ਨਾਲ ਜੁੜਿਆ ਹੋਇਆ। ਇਹ ਤੇ ਮੈਨੂੰ ਮੈਂ ਨਾਲ ਲੈ ਕੇ ਚੱਲ ਰਿਹਾ ਪੈਰਲਲ। ਜਿਹੜਾ ਮੇਰਾ ਆਰਟ ਵਰਕ ਹੈ, ਕਿਸੇ 'ਚ ਕਵਿਤਾ ਹੋਏਗੀ। ਹੁਣ ਦੇਖੋ, ਇੱਕ ਤੇ ਡਿਜੀਟਲ ਵਰਕ ਆ ਜਿਹੜਾ, ਤਸਵੀਰਾਂ ਨੂੰ ਮੈਨੂਪਲੇਟ ਕਰਕੇ ਉਹਦੀ ਬਲੈਂਡਿੰਗ ਕਰਨੀ, ਉਹਦਾ ਕੁਝ ਹੋਰ ਹੀ ਚੀਜ਼ ਬਣ ਜਾਣੀ। ਤੇ ਜਾਂ ਉਹਨੂੰ ਤੁਸੀਂ ਪੇਂਟਿੰਗ ਕਹਿ ਲਓ, ਡਿਜੀਟਲ ਪੇਂਟਿੰਗ। ਦੂਸਰਾ, ਡਿਜੀਟਲ ਪੇਂਟਿੰਗ ਜੇ ਉਦੋਂ ਮੈਂ ਸ਼ੁਰੂ ਕੀਤਾ ਸੀਗਾ, ਮੇਰੀ ਇੱਕ ਐਗਜ਼ੀਬਿਸ਼ਨ ਲੱਗ ਚੁੱਕੀ ਸੀ ਆਰਟ ਗੈਲਰੀ ਅੰਮ੍ਰਿਤਸਰ। ਇਹ ਮੇਰੇ ਨਾਲ ਸੀ ਗੁਰਦੀਪ ਧਮਾਨ, ਚੰਡੀਗੜ੍ਹ ਤੋਂ, ਉਹਦੀਆਂ ਪੇਂਟਿੰਗ ਸੀ। ਉਹਨਾਂ ਦਿਨਾਂ ਦੇ ਵਿੱਚ ਹੀ ਨਾ ਇੰਗਲੈਂਡ ਤੋਂ ਇੱਕ ਕੁੜੀ ਆਈ, ਆਰਟਿਸਟ ਸੀ। ਉਹਨੇ ਇੱਥੇ ਆਰਟ ਗੈਲਰੀ ਆ ਕੇ ਪੁੱਛਿਆ ਕਿ ਅੰਮ੍ਰਿਤਸਰ 'ਚ ਕੋਈ ਡਿਜੀਟਲ ਕੰਮ ਕਰਦਾ। ਅੱਛਾ। ਉਹਨਾਂ ਨੂੰ ਪਤਾ ਸੀ 2 ਜਣੇ ਆ, ਇੱਕ ਮੈਂ ਸੀ, ਇੱਕ ਮੰਨੂ ਆ। ਹਾਂ। ਉਹ ਉੱਥੇ ਇੰਗਲੈਂਡ, ਲੰਡਨ ਕਿਸੇ ਯੂਨੀਵਰਸਿਟੀ ਦੇ ਵਿੱਚ ਉਹ ਡਿਜੀਟਲ ਡਿਪਲੋਮਾ ਕੋਈ ਕਰ ਰਹੀ ਸੀ। ਅੱਛਾ। ਇਸ ਤਰ੍ਹਾਂ ਦਾ ਹੀ ਕੁਛ ਡਿਜੀਟਲ ਆਰਟ ਵਰਕ ਤੇ ਉਹਨੂੰ ਫਿਰ ਨੰਬਰ ਮਿਲਿਆ। ਉਹਨੇ ਉਹ ਫਿਰ ਇੱਥੇ ਘਰ ਆਈ, ਉਹਨੇ ਕੰਮ ਦੇਖਣਾ ਸੀ। ਇਸ ਕਰਕੇ ਦੇਖਣਾ ਸੀ ਕਿ ਜਿਹੜੇ ਫ੍ਰੀਲਾਂਸਰ ਨੇ ਆਰਟਿਸਟ, ਜਿਨ੍ਹਾਂ ਨੇ ਕਿਤੋਂ ਕੁਝ ਸਿੱਖਿਆ ਨਹੀਂ ਆ, ਉਹਨਾਂ ਦੇ ਕੰਮ ਨੂੰ ਸਟੱਡੀ ਕਰਨਾ ਵੀ ਉਹ ਕਿਵੇਂ ਦਾ ਕਰ ਰਹੇ ਨੇ। ਕਿਆ ਬਾਤ। ਮੈਨੂੰ ਤਾਂ ਬੜੀ ਦੇਰ ਬਾਅਦ ਜਾ ਕੇ ਪਤਾ ਲੱਗਿਆ ਕਿ ਜਦੋਂ ਮੈਂ ਕਾਲਜ ਟਾਈਮ ਕਰਦਾ ਸੀ ਵੀ ਇਹਨੂੰ ਕੋਲਾਜ ਕਹਿੰਦੇ ਨੇ। ਫਿਰ ਉਹਨੇ ਮੇਰਾ ਕੰਮ ਦੇਖਿਆ ਇੱਥੇ। ਮੈਂ ਕਿਹਾ ਕਿਵੇਂ ਲੱਗਿਆ? ਉਹ ਕਹਿੰਦੀ ਇਹ ਜੋ ਵੀ ਤੁਸੀਂ ਬਣਾਏ ਨੇ ਨਾ, ਜਿੰਨੇ ਤੁਹਾਡੇ ਕੰਮ ਨੇ, ਵਰਕ ਨੇ, ਇਹ ਇਹੋ ਜਿਹੇ ਸੀਨ ਤੁਸੀਂ ਜਿਹੜੇ ਕ੍ਰੀਏਟ ਕੀਤੇ ਨਾ, ਇਹ ਹੁੰਦੇ ਹੀ ਨਹੀਂ। ਅੱਛਾ। ਇਹੋ ਜਿਹੀਆਂ ਫੈਂਟੈਸੀਜ਼ ਨੇ ਜਿਹੜੇ ਐਗਜ਼ਿਸਟ ਹੀ ਨਹੀਂ ਕਰਦੇ। ਹਾਂ। ਅੱਛਾ। ਫਿਰ ਜਦੋਂ ਮੈਂ ਨੈਕਸਟ ਐਗਜ਼ੀਬਿਸ਼ਨ ਲਾਈ, ਫਿਰ ਉਹਦਾ ਐਗਜ਼ੀਬਿਸ਼ਨ ਦਾ ਜਿਹੜਾ ਸੀ ਨਾਮ ਮੈਂ ਰੱਖਿਆ ਡਿਜੀਟਲ ਡ੍ਰੀਮਸ। ਹਾਂ। ਸਾਰਾ ਸੁਪਨਮਈ ਸੰਸਾਰ ਹੈ। ਉਹ ਚੀਜ਼ਾਂ ਅਸਲ 'ਚ ਹੁੰਦੀਆਂ ਨਹੀਂ ਜਿਹੜੀਆਂ ਸੀ। ਉਹ ਟੋਟਲ ਕੰਮ ਦੇ ਵਿੱਚ ਜਿੰਨਾ ਚਿਰ ਤੁਹਾਨੂੰ ਕੋਈ ਦੂਸਰਾ ਨਾ ਦੱਸੇ, ਤੁਹਾਨੂੰ ਵੀ ਪਤਾ ਨਹੀਂ ਲੱਗਦਾ ਯਾਰ ਸਹੀ ਮੈਂ ਕੀ ਕਰੀ ਜਾ ਰਿਹਾ। ਜੋ ਕਹਿੰਦੇ ਨਾ, ਉਸਤਾਦ ਦਾਮਨ ਦੀ ਕਵਿਤਾ ਹੈ, ਕੀ ਕਹੀ ਜਾਨਾ, ਕੀ ਕਰੀ ਜਾਨਾ, ਖਿੱਚੀ ਖੇਸ ਜਾਨਾ, ਲਈ ਦਰੀ ਜਾਨਾ। ਐਬਸਟ੍ਰੈਕਟ ਆਰਟ ਉਹ ਇਸ ਤਰ੍ਹਾਂ ਦਾ ਕੰਮ ਹੈ ਮੇਰਾ। ਇਦਾਂ ਦਾ ਹੀ ਹੈ। ਐਂ ਦਾ ਹੀ ਹੈ। ਪੰਜਾਬੀ ਅਕੈਡਮੀ ਵਾਲਿਆਂ ਮੇਰੀ ਐਗਜ਼ੀਬਿਸ਼ਨ ਲਵਾਈ ਸੀ 3 ਦਿਨ ਵਾਸਤੇ। ਬੜਾ ਵੱਡਾ ਮੇਲਾ ਸੀ ਕਨਾਟ ਪਲੇਸ ਸੈਂਟਰ ਪਾਰਕ ਦੇ ਵਿੱਚ। ਉੱਥੇ 3 ਦਿਨ ਵਾਸਤੇ, ਇੱਕ ਦਿਨ ਕਹਾਣੀ ਦਰਬਾਰ ਵੀ ਸੀ, ਇੱਕ ਦਿਨ ਕਵੀ ਦਰਬਾਰ, ਇੱਕ ਦਿਨ ਨਾਟਕ ਬਾਰੇ ਗੱਲਾਂ, ਤੇ ਖੁੱਲ੍ਹੇ ਆਮ, ਮਤਲਬ ਖੁੱਲ੍ਹੇ 'ਚ ਹੀ ਲੱਗਿਆ ਸੀ ਸਾਰਾ। ਮੇਰਾ ਸਟਾਲ ਵੀ ਸੀ ਕਵਿਤਾ ਪੋਸਟਰ ਦਾ ਉੱਥੇ। ਅੱਛਾ ਅੱਛਾ। ਤੇ ਪੰਜਾਬੀ ਦੀਆਂ। ਹੁਣ ਉੱਥੇ ਅਕੈਡਮੀ ਵਾਲਿਆਂ ਦੀ ਜਿਹੜੇ ਕਵੀਆਂ ਨੂੰ ਬੁਲਾਉਂਦੇ ਨੇ, ਫਿਕਸ ਹੁੰਦਾ ਉਹਨਾਂ ਨੂੰ, ਜਿਹਨਾਂ ਨੂੰ ਬੁਲਾਇਆ ਹੁੰਦਾ ਉਹਨਾਂ ਨੇ, ਜਿਹਨਾਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਹੁੰਦਾ। ਤੇ ਮੇਰੇ ਬਿਲਕੁਲ ਮੇਰੇ ਸਟਾਲ ਦੇ ਨਾਲ ਹੀ ਕਵੀ ਦਰਬਾਰ ਹੋ ਰਿਹਾ। ਮੈਂ ਹੌਲੇ ਜਿਹੇ ਉਹਨੂੰ ਜਿਹੜਾ ਕੰਪੇਅਰਿੰਗ ਕਰ ਰਿਹਾ, ਉਹਨੂੰ ਮੈਂ ਕਿਹਾ ਯਾਰ ਮੈਨੂੰ ਵੀ 5 ਮਿੰਟ ਟਾਈਮ ਦਿਓ। ਨਹੀਂ, ਕਹਿੰਦੇ ਦੇ ਨਹੀਂ ਸਕਦੇ, ਉਹਨਾਂ ਦੇ ਤੁਹਾਡਾ ਨਾਮ ਨਹੀਂ ਹੈਗਾ। ਮੈਂ ਨਹੀਂ, ਨਾਮ ਹੈਗਾ ਤਾਂ ਫਿਰ ਕੀ ਹੈ, ਬਗੈਰ ਨਾਮ ਤੋਂ ਦੇ ਦੇ, ਮੈਨੂੰ ਨਾਮ ਚਾਹੀਦਾ ਹੀ ਨਹੀਂ। ਖੈਰ ਕਹਿੰਦਾ ਮੈਂ ਦੇਖਦਾ, ਪਰ ਉਹਨੇ ਨਹੀਂ ਦਿੱਤਾ। ਉਹ ਬਾਅਦ 'ਚ 5-7 ਜਣੇ ਇਕੱਠੇ ਖੜੇ ਸੀ। ਮੈਂ ਫਿਰ ਉਹਨੂੰ ਜਾ ਕੇ ਕਿਹਾ, ਮੈਂ ਯਾਰ ਐਡੀ ਦੂਰੋਂ ਆਏ ਆ, 5 ਮਿੰਟ ਨਹੀਂ ਦੇ ਸਕਦੇ? ਉਹ 5-7 ਜਣੇ ਇਕੱਠੇ ਖੜੇ ਤੇ ਕਹਿੰਦੇ
ਯਾਰ ਹੁਣ ਹੀ ਆ ਕਿ ਇੰਨੇ ਜਣੇ ਖੜੇ ਆ, ਤੂੰ ਸੁਣਾ ਦੋ, ਹੁਣ ਸੁਣਾ ਦੋ ਕੁਛ। ਤੇ ਉਦੋਂ ਮੈਂ 3-4 ਛੋਟੀਆਂ ਆਪਣੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ ਉਹਨਾਂ ਨੂੰ। ਤੇ ਉਦੋਂ ਉਹਨੂੰ ਲੱਗਿਆ ਸੀ ਕਿ ਟਾਈਮ ਦੇਣਾ ਚਾਹੀਦਾ ਸੀ। ਬਾਅਦ ਹਾਂ ਮਹਿਸੂਸ ਹੋਇਆ। ਤੇ ਇੱਕ ਜਣੇ ਦਾ ਜਿਹੜੀ ਮੈਂ ਕਵਿਤਾ ਬਾਰੇ ਗੱਲ ਕਹੀ ਹੈ, ਉਹ ਸੁਣ ਕੇ ਕਹਿੰਦਾ ਯਾਰ ਆਹ ਹੁੰਦੀ ਆ ਕਵਿਤਾ। ਸੁਣ ਕੇ ਨਾ ਬੰਦੇ ਦੇ ਅੰਦਰੋਂ ਨਾ ਰੁੱਗ ਜਿਹਾ ਹੀ ਭਰਿਆ ਜਾਵੇ। ਸਹੀ ਹੈ। ਜੇ ਫਿਰ ਮੈਂ ਸੋਚਿਆ ਕਿ ਕਵਿਤਾ ਇੰਝ ਹੀ ਹੋਣੀ ਚਾਹੀਦੀ ਹੈ। ਜੇ ਨਹੀਂ ਨਾ ਇਸ ਤਰ੍ਹਾਂ ਹੁੰਦਾ ਤੇ ਲਿਖਣੀ ਨਹੀਂ ਚਾਹੀਦੀ। ਸਹੀ ਹੈ, ਬਿਲਕੁਲ ਸਹੀ ਹੈ। ਹਾਂ, ਇਹ ਬਹੁਤ ਵਧੀਆ ਗੱਲ ਤੁਹਾਡੀ। ਹੁਣ ਤਾਂ ਤੂੰ ਇੰਝ ਹੀ ਮਿਲਿਆ ਕਰ ਵਗਦੇ ਖੂਹ ਦੀਆਂ ਟਿੰਡਾਂ ਵਾਂਗ, ਕਦੇ ਭਰ ਜਾਇਆ ਕਰ, ਕਦੇ ਡੁੱਲ ਜਾਇਆ ਕਰ। ਕਿਆ ਬਾਤ, ਕਿਆ ਬਾਤ। ਇੰਝ ਤਾਂ ਇੱਥੋਂ ਤੱਕ। ਆ ਪਿੱਛੇ ਹੁਣ ਨਾਭਾ ਕਵੀ ਦਰਬਾਰ ਹੋਇਆ ਸੀ, ਉੱਥੇ ਮੈਂ 6-7 ਕਵਿਤਾਵਾਂ ਪੜ੍ਹੀਆਂ 2 ਦਿਨਾਂ ਦੇ ਵਿੱਚ। 96 ਕਵੀਆਂ ਨੂੰ ਬੁਲਾਇਆ। ਇਹ ਤੇ ਸਰੋਤੇ ਤਾਂ ਨਹੀਂ ਹੁੰਦੇ ਹੋਣੇ ਉੱਥੇ, ਕਵੀ ਹੁੰਦੇ ਨੇ? ਨਹੀਂ, ਸਾਰਾ ਹਾਲ ਭਰਿਆ ਹੁੰਦਾ। ਕੋਈ ਬੜੀ ਸੁਣਨ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਹੁੰਦੀ ਹੈ। ਪਿਛਲੇ ਸਾਲ ਵੀ ਇਹਨਾਂ ਨੇ ਮੈਨੂੰ ਬੁਲਾਇਆ ਸੀ, ਦਰਸ਼ਨ ਬੁੱਟਰ ਹੋਰਾਂ। ਉਦੋਂ ਮੈਂ ਪਹਿਲੀ ਵਾਰ ਐਡੇ ਵੱਡੇ ਕਵੀ ਦਰਬਾਰ 'ਚ ਬੋਲਿਆ। ਤੇ ਜਦੋਂ ਲੰਚ ਟਾਈਮ ਤੇ ਖਾਣਾ ਖਾ ਰਹੇ ਸੀ ਨਾ, ਦਰਸ਼ਨ ਬੁੱਟਰ ਕਹਿੰਦੇ, ਉਹ ਹਰਮੀਤ ਤੈਨੂੰ ਅਸੀਂ ਬੁਲਾ ਤੇ ਲਿਆ ਸੀ, ਪਰ ਤੂੰ ਸਾਡੀ ਇੱਜ਼ਤ ਰੱਖ ਲਈ ਆ ਗਿਆ। ਦੂਸਰੇ ਕੰਮ ਜਿਹੜੇ ਆ ਡਿਜੀਟਲ ਵਰਕ ਦੀ ਮੈਂ ਦੱਸਿਆ ਤੁਹਾਨੂੰ, ਕਵਿਤਾ ਪੋਸਟਰ ਡਿਜ਼ਾਈਨ ਕੀਤੇ ਨੇ। ਕਿਸੇ ਦਾ ਸ਼ੇਰ ਲੈ ਲਓ, ਕਿਸੇ ਦੀ ਨਜ਼ਮ, ਪੂਰੀ ਨਜ਼ਮ ਨਹੀਂ, ਪੂਰੀ ਨਜ਼ਮ 'ਚੋਂ ਮੈਂ ਕਿਤੋਂ ਵੀ 4 ਲਾਈਨਾਂ ਚੁੱਕ ਲਓ ਜਿਹੜੀਆਂ ਟੁੰਬਦੀਆਂ ਹੋਣ। ਮੈਨੂੰ ਲੱਗਦਾ ਵੀ ਇੱਕ ਨਜ਼ਮ ਦੇ ਵਿੱਚ ਵੀ ਕਿੰਨੀਆਂ ਨਜ਼ਮਾਂ ਪੂਰੀਆਂ ਪਈਆਂ ਹੁੰਦੀਆਂ। ਦੈਨਿਕ ਫੋਨ ਆ ਰਿਹਾ ਸੀ ਦੈਨਿਕ ਭਾਸਕਰ ਤੋਂ, ਉਹਨਾਂ ਨੇ ਵਿਸਾਖੀ ਵਾਲੇ ਦਿਨ ਜਿਹੜਾ ਅਖਬਾਰ ਦਾ ਟਾਈਟਲ ਉੱਪਰ ਪ੍ਰਿੰਟ ਕਰਨਾ ਨਾ, ਦੈਨਿਕ ਭਾਸਕਰ, ਉਹਦੇ 'ਚ ਸਾਰਾ ਕੁਝ ਵਿਸਾਖੀ ਦਾ ਸੀਨ ਚਾਹੀਦਾ ਨਾ, ਪੰਜਾਬ ਦਾ, ਕਣਕ, ਭੰਗੜਾ, ਕੋਈ ਪੰਜਾਬ ਦੇ ਸਾਰੀ ਸੀਨਰੀ ਟਾਈਪ ਉਹ ਡਿਜ਼ਾਈਨ ਕਰਨਾ ਹੈ। ਹਾਂ, ਤੇ ਆਪਾਂ ਗੱਲ ਕਰ ਰਹੇ ਸੀ ਡਿਜੀਟਲ ਵਰਕ ਦੀ। ਉਸ ਤੋਂ ਬਾਅਦ ਕਵਿਤਾ ਪੋਸਟਰ ਮੈਂ ਸ਼ੁਰੂ ਕੀਤੇ ਬਣਾਉਣੇ। ਪਹਿਲਾਂ ਤਾਂ ਬੜੇ ਆਰਡੀਨਰੀ ਜਿਹਾ ਕੰਮ ਸੀ, ਫਿਰ ਹੌਲੀ ਹੌਲੀ ਇੰਪਰੂਵ ਹੁੰਦਾ ਗਿਆ। ਕਵਿਤਾ ਪੋਸਟਰ ਮੈਂ ਇਸ ਤਰ੍ਹਾਂ ਡਿਜ਼ਾਈਨ ਕੀਤੇ ਨੇ ਕੁਝ, ਸਮ ਆਫ ਦੈਮ ਇਹੋ ਜਿਹੇ ਨੇ ਕਿ ਤੁਸੀਂ ਕਵਿਤਾ ਨੂੰ ਪੜ੍ਹ ਵੀ ਸਕਦੇ ਹੋ ਤੇ ਕਵਿਤਾ ਨੂੰ ਦੇਖ ਵੀ ਸਕਦੇ। ਇਸ ਤਰ੍ਹਾਂ ਦਾ ਕੰਮ ਕੀਤਾ। ਜਦੋਂ ਮੈਂ ਪੰਜਾਬੀ ਅਕਾਡਮੀ ਦਿੱਲੀ ਲਾਈ ਸੀ, ਉੱਥੇ ਇੱਕ ਹਿੰਦੂ ਜੈਂਟਲਮੈਨ ਆਏ ਮੇਰੀ ਐਗਜ਼ੀਬਿਸ਼ਨ 'ਤੇ, ਤੇ ਉਹਨਾਂ ਸਾਰਾ ਬੜਾ ਧਿਆਨ ਨਾਲ ਦੇਖਿਆ। ਮੈਨੂੰ ਕਹਿੰਦੇ, ਇੱਕ ਬਾਤ ਕਹੂੰ? ਮੈਂ ਜੀ ਬੋਲੋ। अगर यही काम आप हिंदी के शायरों पे करें, ये मेरा कार्ड है, थोड़ा सा काम करके दिखा दें, और मैं अपनी आपकी एग्जीबिशन भोपाल में और लखनऊ में दोनों जगह लगाऊंगा। मैं किया होया शुरू हिंदी दे विच। हाँ, वधिया गल है। ते ये कोई मैं 100 के करीब शायरां नूं डिज़ाइन किया है, उन्हां दी कवितावां नूं। ते सब तो जिहड़ा मेरा वधिया काम है, ਉਹਨੂੰ ਜਿਹਨੂੰ ਮੈਂ ਮੰਨਦਾ, ਜਿਹੜਾ ਮੈਨੂੰ ਠੀਕ ਲੱਗਦਾ, ਉਹ ਹੈ ਸ਼ਿਵ ਦੀ ਸ਼ਾਇਰੀ 'ਤੇ। ਮੈਂ ਇੱਕ ਵਾਰੀ ਬਟਾਲੇ ਗਿਆ ਸੀ ਤੇ ਡਾਕਟਰ ਰਵਿੰਦਰ ਉੱਥੇ ਮਿਲੇ। ਉਹਨਾਂ ਨੇ ਮੈਨੂੰ ਉਹ ਦਿਖਾਇਆ, ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ। ਬੜਾ ਖੂਬਸੂਰਤ ਬਣਿਆ ਹੋਇਆ। ਹਾਂ, ਮੈਂ ਵੀ ਗਿਆ ਹੈ। ਬੜਾ ਮਤਲਬ ਅਲਟਰਾ ਮਾਡਰਨ ਟਾਈਪ ਦਾ। ਤੇ ਮੈਂ ਕਿਹਾ, ਡਾਕਟਰ ਸਾਹਿਬ ਤੁਸੀਂ ਸ਼ਿਵ ਦੇ ਨਾਂ 'ਤੇ ਹੈਗਾ ਤੇ ਅੰਦਰ ਤੇ ਸ਼ਿਵ ਦਿਖਾਈ ਨਹੀਂ ਦਿੰਦਾ, ਅੰਦਰ ਵੀ ਪਤਾ ਲੱਗਣਾ ਚਾਹੀਦਾ ਕਿ ਸ਼ਿਵ ਆਡੀਟੋਰੀਅਮ। ਉਹ ਕਹਿੰਦੇ, ਫਿਰ ਮੈਂ DC ਸਾਹਿਬ ਨਾਲ ਗੱਲ ਕਰਦਾ, ਗੁਰਦਾਸਪੁਰ ਜ਼ਿਲ੍ਹੇ 'ਚ ਆਉਂਦਾ ਨਾ। ਫਿਰ ਸ਼ਿਵ ਦੀ ਕਵਿਤਾ ਨੂੰ ਲੈ ਕੇ ਮੈਂ 10 ਪੋਸਟਰ ਡਿਜ਼ਾਈਨ ਕੀਤੇ। ਉਹ ਵੱਡੇ ਸਾਈਜ਼ ਦੇ ਵਿੱਚ ਉਹਨਾਂ ਨੇ ਬਣਾਏ, 5 ਫੁੱਟ ਬਾਈ 3 ਫੁੱਟ ਦਾ। ਹੁਣ ਉਹ ਆਡੀਟੋਰੀਅਮ 'ਚ 5 ਇੱਕ ਸਾਈਡ 'ਤੇ ਲੱਗੇ ਹੋਏ ਨੇ ਤੇ 5 ਇੱਕ ਸਾਈਡ 'ਤੇ ਲੱਗੇ ਹੋਏ ਨੇ। 10 ਪੋਸਟਰਾਂ ਦਾ ਕੰਮ ਮੈਨੂੰ 3 ਮਹੀਨੇ ਲੱਗੇ ਕੰਮ ਕਰਦੇ।
ਮੇਰੇ ਦਿਮਾਗ 'ਚ ਸੀ ਕਿ ਇਹ ਪਰਮਾਨੈਂਟ ਉੱਥੇ ਲੱਗ ਜਾਣੇ ਨੇ ਤੇ ਉੱਥੇ ਆਡੀਟੋਰੀਅਮ ਦੇ ਵਿੱਚ ਲੋਕਾਂ ਨੇ ਆਉਣਾ ਹੈ, ਕਲਾਕਾਰਾਂ ਨੇ, ਕਹਾਣੀਕਾਰਾਂ ਨੇ, ਸਾਹਿਤਕਾਰਾਂ ਨੇ, ਸ਼ਾਇਰਾਂ ਨੇ, ਤੇ ਕੰਮ ਕੁਝ ਇਸ ਤਰ੍ਹਾਂ ਦਾ ਹੋਵੇ ਕਿ ਮੈਂ ਸ਼ਿਵ ਦੀ ਸ਼ਾਇਰੀ ਨੂੰ ਆਪਣੇ ਕੰਪਿਊਟਰ ਨਾਲ, ਆਪਣੇ ਸੌਫਟਵੇਅਰ ਨਾਲ ਜਸਟੀਫਾਈ ਕਰ ਸਕਾਂ। ਸਹੀ। ਤੇ ਐਂਡ ਆਈ ਡਿਡ ਇਟ। ਤੁਸੀਂ ਕਦੀ ਜਾਓ ਤੇ ਦੇਖ ਕੇ ਆਇਓ। ਇੱਕ ਤੁਸੀਂ ਖਾਲਸਾ ਕਾਲਜ ਬਹੁਤ ਵਧੀਆ ਕੰਮ ਕੀਤਾ। ਖਾਲਸਾ ਕਾਲਜ ਦੀ ਪੰਜਾਬੀ ਡਿਪਾਰਟਮੈਂਟ ਦੀ ਲਾਇਬ੍ਰੇਰੀ 'ਚ ਮੇਰੇ 26 ਕਵਿਤਾ ਪੋਸਟਰ ਲੱਗੇ ਹੋਏ ਫਰੇਮ ਹੋ ਕੇ। ਤੇ ਇਸ ਤੋਂ ਇਲਾਵਾ ਮੈਂ ਮੇਨ ਲਾਇਬ੍ਰੇਰੀ ਵਾਸਤੇ ਲਾਇਬ੍ਰੇਰੀ ਪੋਸਟਰ ਡਿਜ਼ਾਈਨ ਕੀਤੇ ਆ। ਅੱਛਾ। ਜਿਹਦੇ 'ਚ ਸਿਰਫ ਕਿਤਾਬਾਂ ਦੀਆਂ ਗੱਲਾਂ ਨੇ। ਕਿਤਾਬਾਂ ਦੀਆਂ ਗੱਲਾਂ ਵੀ ਜਿਹੜੀਆਂ ਲਾਇਬ੍ਰੇਰੀ ਪੋਸਟਰ 'ਤੇ ਜਿਹੜੀ ਕੋਟੇਸ਼ਨ ਲਿਖੀ ਹੈ ਉਹ ਵੀ ਮੈਂ ਪੰਜਾਬੀ ਲਿਟਰੇਚਰ 'ਚੋਂ ਲਈ ਹੈ। ਬਲਵਿੰਦਰ ਸੰਧੂ ਦੀ ਕਵਿਤਾ ਹੈ ਕਿਤਾਬਾਂ ਬਾਰੇ, ਦਰਸ਼ਨ ਬੁੱਟਰ ਹੋਰਾਂ ਦੀ ਕਵਿਤਾ ਕਿਤਾਬਾਂ ਬਾਰੇ। ਉਹ ਕੰਮ ਬੋਲਣਾ ਚਾਹੀਦਾ, ਨਹੀਂ ਤੇ ਕੌਣ ਆਏਗਾ ਤੁਹਾਡੇ ਕੋਲ। ਮੈਨੂੰ ਹਫ਼ਤਾ ਲੱਗ ਜਾਂਦਾ ਇੱਕ ਟਾਈਟਲ ਬਣਾਉਂਦੇ, 15 ਦਿਨ ਵੀ ਲੱਗ ਜਾਂਦੇ ਆ, ਇੱਕ ਦਿਨ 'ਚ ਵੀ ਬਣ ਜਾਂਦਾ ਹੈ। ਆਈਡੀਆ ਕਲਿੱਕ ਕਰਨਾ ਚਾਹੀਦਾ। ਔਰ ਜਿੰਨਾ ਚਿਰ ਮੈਂ ਪੂਰਾ ਸੈਟੀਸਫਾਈਡ ਨਹੀਂ ਹੁੰਦਾ ਖੁਦ, ਉਨੀ ਦੇਰ ਮੈਂ ਉਹਦੇ 'ਤੇ ਕੰਮ ਕਰਨਾ। ਹੁਣ ਕਿਹੜੀ ਕਿਤਾਬ 'ਤੇ ਚੱਲਣ ਡਿਆ ਕੰਮ? ਆਈ ਕਿਸੇ ਨਵੀਂ? ਹੁਣ ਇੱਕ ਕਿਤਾਬ ਆ ਹਰਕੀਰਤ ਕੌਰ ਚਹਿਲ ਦੀ, ਕੈਨੇਡਾ ਤੋਂ। ਉਹਦਾ ਨਾਵਲ ਹੈ। ਕਿਹੜਾ? ਚੰਨੀ। ਅੱਛਾ। ਉਹ ਟਾਈਟਲ ਬਣਾ ਕੇ ਭੇਜਿਆ ਮੈਂ ਉਹ ਵੀ ਤੁਹਾਨੂੰ ਦਿਖਾਉਣਾ। ਤੇ ਹੁਣ ਤੱਕ ਕਿੰਨੇ ਲੇਖਕਾਂ ਦੀਆਂ ਕਿਤਾਬਾਂ ਜਿਹੜੀਆਂ? ਕੋਈ ਅਰਾਊਂਡ, ਕਈ ਲੇਖਕਾਂ ਦੀਆਂ ਮੈਂ 2 3 ਟਾਈਟਲ ਵੀ ਬਣਾਏ ਨੇ। ਉਹ ਸਾਰੇ ਆਪਾਂ ਕਾਊਂਟ ਕਰ ਲਈਏ ਤੇ ਕੋਈ 140-50 ਹੋਣਗੇ। ਮੇਨ ਲੇਖਕ ਕਿਹੜੇ ਆ ਜਿਹੜੇ ਪੰਜਾਬੀ ਦੇ ਚਰਚਿਤ? ਮਨਮੋਹਨ ਦੀਆਂ ਕਿਤਾਬਾਂ ਦੇ ਨੇ। ਅੱਛਾ। ਹਰਕੀਰਤ ਚਹਿਲ ਦੀਆਂ 3 ਕਿਤਾਬਾਂ ਦੇ, ਇੱਕ ਜਿਹੜਾ ਅੱਜ ਬਣਾਇਆ। ਫਿਰ ਬਲਬੀਰ ਰੇਹਲ ਦੇ, ਫਿਰ ਜੋਗਾ ਸਿੰਘ, ਮਲਵਿੰਦਰ, ਰਤਿੰਦਰ ਸੰਧੂ, ਜਗਤਾਰ ਗਿੱਲ, ਬਲਬੀਰ ਮਾਧੋਪੁਰੀ। ਇਹ ਹੈਗਾ ਦੇਸਰਾਜ ਕਾਲੀ ਹੋਰਾਂ ਬਣਵਾਇਆ ਸੀ। ਅਸੀਂ ਸਾਰੇ ਯੁੱਧ ਸਾਥੀ ਹਾਂ। ਮਨਜੀਤ ਇੰਦਰਾ, ਤਾਂਡਵ। ਚੂੜੇ ਵਾਲੀ ਬਾਂਹ। ਪਰਮਿੰਦਰ ਸੋਢੀ। ਦਰਖਤੋਂ ਟੁੱਟੇ ਪੱਤੇ। ਇਹ ਸਾਰੀਆਂ ਕਿਤਾਬਾਂ ਉਹ ਨੇ ਜਿਨ੍ਹਾਂ ਦੇ ਟਾਈਟਲ ਮੈਂ ਡਿਜ਼ਾਈਨ ਕੀਤੇ ਆ। ਅੱਛਾ। ਇਹ ਬਹੁਤ ਐਸੇ ਬਾਕੀ ਦੀਆਂ ਜੇ ਲੇਖਕਾਂ ਨੇ ਭੇਜੀਆਂ ਨਹੀਂ ਮੈਨੂੰ। ਮੇਰੀ ਛੋਟੀ ਜਿਹੀ ਲਾਇਬ੍ਰੇਰੀ ਹੈ। ਜਿਹੜੀ ਤੁਸੀਂ ਉਹ ਬਣਾਏ, ਇਹ ਜਿਹੜੇ ਲਾਇਬ੍ਰੇਰੀ ਪੋਸਟਰ ਬਣਾਏ ਸੀ ਉਹਨਾਂ ਦੇ ਵਿੱਚੋਂ ਇੱਕ ਹੈ। ਅੱਛਾ, ਜਿਹੜੇ ਖਾਲਸਾ ਕਾਲਜ ਲੱਗੇ। ਕੀ ਬਾਤ। ਇਹ ਸਾਡੀ ਫੋਟੋ। ਇਹ ਤਾਂ ਲੇਟੈਸਟ ਹੀ ਹੈ ਨਾ? ਨਹੀਂ, ਜ਼ਿਆਦਾ ਪੁਰਾਣੀ ਨਹੀਂ ਗੀ। ਜ਼ਿਆਦਾ ਪੁਰਾਣੀ ਨਹੀਂ, ਜ਼ਿਆਦਾ ਵੀ ਪੁਰਾਣੀ ਹੈ। ਜ਼ਿਆਦਾ ਪੁਰਾਣੀ? ਜਵਾਨ ਹੀ ਹੁੰਦੇ ਤੁਸੀਂ। ਨਹੀਂ, ਹੁਣ ਵੀ ਆ। ਤੇ ਇੱਥੇ ਕਰਦੇ ਤੁਸੀਂ ਪੋਸਟਰ ਡਿਜ਼ਾਈਨ ਸਾਰੇ, ਕਵਰ ਵਗੈਰਾ, ਹੈ ਨਾ? ਇਹ ਮੇਰੀ ਵਰਕਿੰਗ ਪਲੇਸ ਹੈ। ਕੀ ਬਾਤ। ਇੰਨੀ ਕੀ। ਤੇ ਕਹਾਣੀਕਾਰ ਤਲਵਿੰਦਰ ਹੋਰੀ, ਉਹ ਮੈਨੂੰ ਹਮੇਸ਼ਾ ਹੀ ਬੁਲਾਇਆ ਕਰਦੇ ਸੀ। ਉਹ ਹਰਮੀਤ ਆਰਟਿਸਟ। ਕਰਦੇ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੜੇ ਵੇਲੇ ਜਿਹੜਾ ਨਾਮ ਹੈ ਨਾ, ਇਹ ਮੇਰੇ ਨਾਮ ਨਾਲ ਜੁੜ ਗਿਆ। ਤੇ ਹੁਣ ਇਹ ਪੱਕਾ ਹੀ ਹੋ ਗਿਆ। ਹੁਣ ਆਰਟਿਸਟ, ਹਰਮੀਤ ਆਰਟਿਸਟ ਹੋ ਗਿਆ। ਤੇ ਇਹ ਤਖੱਲਸ ਹੀ ਹੋ ਗਿਆ ਤੁਹਾਡਾ। ਇਹ ਤਖੱਲਸ ਹੀ ਬਣ ਗਿਆ। ਹਾਲਾਂਕਿ ਕਈਆਂ ਨੇ ਮੈਨੂੰ ਕਿਹਾ ਵੀ ਹੈ ਕਿ ਆਰਟਿਸਟ ਨੂੰ ਆਰਟਿਸਟ ਲਿਖਣ ਦੀ ਲੋੜ ਹੈ। ਇਹ ਗੱਲ ਸਹੀ ਵੀ ਹੈ ਉਹਨਾਂ ਦੀ, ਪਰ ਇਹ ਤਖੱਲਸ ਹੈ। ਇਹ ਉਦੋਂ ਦਾ ਲੱਗਿਆ ਜਦੋਂ ਮੈਂ ਆਰਟਿਸਟ ਨਹੀਂ ਹੁੰਦਾ ਸੀ। ਉਹਦਾ ਇਕੱਲਾ ਵੀ ਹਰਮੀਤ ਰਹਿ ਜਾਂਦਾ ਤੇ ਮੇਰੇ ਖਿਆਲ 'ਚ ਕੋਈ ਪ੍ਰੋਬਲਮ ਨਹੀਂ। ਸੋਹਣਾ ਲੱਗਦਾ ਸੀ ਹਰਮੀਤ। ਪਰ ਤਲਵਿੰਦਰ ਦਾ ਤੁਸੀਂ ਮਾਣ ਰੱਖਿਆ? ਨਹੀਂ, ਰੱਖਿਆ ਗਿਆ। ਰੱਖਿਆ ਗਿਆ ਮਤਲਬ ਫਿਰ ਹੌਲੀ ਹੌਲੀ
ਅਡਾਪਟ ਹੀ ਹੋ ਗਿਆ। ਇੱਕ ਵਾਰੀ ਕਿਸੇ ਨੇ ਮੈਨੂੰ ਪੁੱਛਿਆ ਇੱਥੇ ਖਾਲਸਾ ਕਾਲਜ ਪੁਸਤਕ ਮੇਲੇ ਤੇ ਹੀ, ਤੁਸੀਂ ਹਰਮੀਤ ਵਿਦਿਆਰਥੀ ਹੋ? ਅੱਛਾ। ਮੈਂ ਕਿਹਾ ਨਹੀਂ, ਹਾਂ। ਮੈਂ ਹਰਮੀਤ ਵਿਦਿਆਰਥੀ ਨਹੀਂ। ਕਹਿੰਦੇ ਫਿਰ ਤੁਸੀਂ ਆਪਣੇ ਨਾਂ ਨਾਲ ਕੀ ਲਿਖਦੇ ਹੋ? ਹਾਂ। ਮੈਂ ਕਿਹਾ ਆਪਣਾ ਨਾਂ ਲਿਖ ਕੇ ਨਾ ਹਰਮੀਤ ਤੇ ਬ੍ਰੈਕਟ ਦੇ ਵਿੱਚ ਲਿਖ ਦੇਣਾ ਵਿਦਿਆਰਥੀ ਨਹੀਂ। ਇਹ ਵੀ ਵਧੀਆ ਹਾਂ, ਹੈ ਨਾ, ਵੀ ਮੈਂ ਆਰਟਿਸਟ ਹਾਂ, ਮੈਂ ਹਰਮੀਤ ਹੀ ਹਾਂ, ਹੈ ਨਾ, ਵਿਦਿਆਰਥੀ ਨਹੀਂ। ਵਿਦਿਆਰਥੀ ਨਹੀਂ। ਤੁਹਾਡੀ ਪਹਿਚਾਣ ਤੁਹਾਡਾ ਕੰਮ ਹੁੰਦੀ ਹੈ। ਡਰੈਸ ਕੋਡ ਹੋਣਾ ਚਾਹੀਦਾ ਪਾਰਟੀਕੂਲਰ। ਹੁਣ ਕਈਆਂ ਨੇ ਵਾਲ ਹੀ ਲੰਬੇ ਰੱਖੇ ਹੁੰਦੇ ਨੇ। ਆਹੋ, ਕਲਾਕਾਰ ਜਿਹੜੇ ਹੈ ਨਾ, ਆਰਟਿਸਟ ਹੁੰਦੇ ਆ। ਹਾਂ, ਹੁਸੈਨ MF ਹੁਸੈਨ ਉਹਨਾਂ ਦੇ। ਮੈਂ ਨਾਰਮਲ ਜਿਹਾ ਹੀ ਰਹਿਣਾ ਇਸ ਤਰ੍ਹਾਂ ਹੀ। ਠੀਕ ਹੈ। ਤੁਸੀਂ ਆਪਣੇ ਪਹਿਲੀ ਮੁਹੱਬਤ ਦੇ ਬਾਰੇ ਦੱਸੋਗੇ? ਆਏ ਹਾਏ ਦੱਸ ਦੋ ਜੀ ਫਿਰ ਕੀ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਬਹੁਤ ਸਾਰੀਆਂ ਦੋਸਤ ਨੇ ਮੇਰੀ, ਸਿੰਸੀਅਰਲੀ ਸਿਆਣੀਆਂ ਦੋਸਤੀਆਂ ਨੇ ਜਿਹੜੀਆਂ ਤੁਹਾਡੀ ਕਲਾ ਤੋਂ ਪ੍ਰਭਾਵਿਤ ਹੁੰਦੀਆਂ, ਹੈ ਨਾ। ਹਾਂ, ਜ਼ਰੂਰੀ ਨਹੀਂ ਤੁਹਾਡੀ ਕਲਾ ਤੋਂ ਹੀ ਪ੍ਰਭਾਵਿਤ, ਕਲਾ ਵੀ ਤੁਹਾਡਾ ਲਾਈਫ ਸਟਾਈਲ, ਤੁਹਾਡਾ ਸੁਭਾਅ, ਤੁਹਾਡਾ ਬੈਠਣਾ ਉੱਠਣਾ, ਤੁਹਾਡਾ ਬਿਹੇਵ ਸਹੀ ਹੈ। ਕਿਸੇ ਨੂੰ ਉਹਦੀ ਰਾਈਟ ਟਾਈਮ 'ਤੇ ਉਹਦੀ ਤਾਰੀਫ, ਉਹਨੂੰ ਡਿਊ ਰਿਸਪੈਕਟ ਦੇਣੀ। ਹਾਂ। ਕਿਸੇ ਦਾ ਕੰਮ ਮੈਂ ਦੇਖਿਆ, ਮੰਨ ਲਓ ਕਿਸੇ ਦੀ ਕਹਾਣੀ ਪੜ੍ਹੀ, ਮੈਨੂੰ ਚੰਗੀ ਨਹੀਂ ਵੀ ਲੱਗੀ, ਪਰ ਉਹਨੂੰ ਦੱਸਣਾ ਵੀ ਇੱਥੇ ਆ ਹੋ ਸਕਦਾ ਹੈ। ਹਾਂ। ਮੈਂ ਐਜ਼ ਏ ਪਾਠਕ ਮੈਂ ਇਹ ਮਹਿਸੂਸ ਕੀਤਾ। ਹਾਂ, ਵੀ ਝੂਠੀ ਜਿਹੀ ਤਾਰੀਫ ਨਹੀਂ ਕੀਤੀ। ਇੱਥੇ ਇੱਥੇ ਇੰਝ ਹੋ ਸਕਦਾ ਸੀ। ਕਵਿਤਾ ਬਾਰੇ ਵੀ ਇਸ ਤਰ੍ਹਾਂ। ਹੁਣ ਕਵਿਤਾ ਲਿਖੀ ਜਾ ਰਹੀ ਆ, ਫੇਸਬੁੱਕ ਤੇ ਧੜਾ ਧੜ ਕਵਿਤਾ ਪੈ ਰਹੀ ਹੈ। ਮਤਲਬ ਰੋਜ਼ ਕਈਆਂ ਨੂੰ ਤੇ ਇਹ ਹੈ ਨਾ ਕਿ ਰੋਜ਼ ਕੁਕੜੀ ਵਾਂਗੂ ਅੰਡਾ ਦੇਣਾ ਹੀ ਦੇਣਾ। ਉਹਨੇ ਤੇ ਰੋਟੀ ਨਹੀਂ ਪਾਈ। ਹਾਂ, ਜਿਹਨੇ ਕਵਿਤਾ ਲਿਖਣਾ ਵਿਸ਼ਾ ਵਾਰਤਕ ਦਾ ਹੁੰਦਾ ਹੈ, ਉਹਨੂੰ ਕਵਿਤਾ 'ਚ ਲਿਖ। ਉਹਨੂੰ 5-7 ਲਾਈਨਾਂ 'ਚ ਤੋੜ ਕੇ, ਜੇ ਤੁਸੀਂ ਤੋੜਨਾ, ਉਹ ਤੋੜੀਆਂ ਵੀ ਨਹੀਂ ਹੁੰਦੀਆਂ ਨਾ। ਉਹਨੂੰ ਤੁਸੀਂ ਜੇ ਇਸ ਤਰ੍ਹਾਂ ਵਾਰਤਕ ਨੂੰ ਪੜ੍ਹ ਜਾਓ ਤੇ ਅਗਲੇ ਨੂੰ ਪਤਾ ਨਹੀਂ ਲੱਗੂਗਾ ਕਿ ਇਹ ਕਵਿਤਾ ਹੈ। ਹਾਂ। ਮੈਂ 2 ਬੰਦਿਆਂ ਨੂੰ ਸੁਣਿਆ 2 ਪ੍ਰੋਗਰਾਮਾਂ 'ਚ, ਕਮਾਲ ਦੀਆਂ ਗੱਲਾਂ। ਇੱਕ ਤੇ ਕਜ਼ਾਕ ਸਾਹਿਬ, ਹਾਂ। ਇੱਕ ਡਾਕਟਰ ਮੋਹਨਜੀਤ। ਮਤਲਬ ਕਵਿਤਾ ਲਿਖਦੇ ਸਮੇਂ ਮੈਂ ਉਹ ਗੱਲਾਂ ਨੂੰ ਯਾਦ ਰੱਖਦਾ। ਮੋਹਨਜੀਤ ਹੋਰਾਂ ਨੇ ਕਿਹਾ ਸੀ ਕਿ ਕਵਿਤਾ ਦੇ ਵਿੱਚ ਟੇਢ ਹੋਣੀ ਬਹੁਤ ਜ਼ਰੂਰੀ ਹੈ। ਹਾਂ, ਨਹੀਂ ਤੇ ਵਾਰਤਕ ਲਿਖ ਲਓ। ਹਾਂ। ਇੱਕ ਟੇਢ ਹੋਣੀ, ਇੱਕ ਯੂਟਰਨ ਕਵਿਤਾ 'ਚ ਕਿਤੇ ਆਉਣਾ ਚਾਹੀਦਾ। ਟੇਢ ਯੂਟਰਨ ਨਹੀਂ ਹੈ। ਆਹੋ। ਹਾਂ, ਇੱਕੋ ਹੀ ਗੱਲ ਹੈ ਨਾ। ਹਾਂ ਹਾਂ ਹਾਂ। ਤੇ ਕਜ਼ਾਕ ਸਾਹਿਬ ਕਹਿੰਦੇ ਸੀ ਵੀ ਆਪਣੀ ਰਚਨਾ ਨੂੰ ਲਿਖਣ ਤੋਂ ਬਾਅਦ, ਚਾਹੇ ਉਹ ਕਹਾਣੀ ਹੈ ਚਾਹੇ ਕਵਿਤਾ, ਵੇਖੋ ਕਿ ਇਹਦੇ 'ਚੋਂ ਕੋਈ ਫਾਲਤੂ ਤੇ ਨਹੀਂ, ਕੋਈ ਸ਼ਬਦ, ਕੋਈ ਲਾਈਨਾਂ ਜਿਨ੍ਹਾਂ ਨੂੰ ਕੱਟਣ ਨਾਲ ਹਾਂ ਵੀ ਤੁਹਾਡੀ ਰਚਨਾ 'ਚ ਕੋਈ ਫਰਕ ਨਾ ਪਵੇ, ਉਹੋ ਹੀ ਰਵੇ। ਸਹੀ। ਹਾਂ, ਇਹ ਨਹੀਂ ਕਿ ਐਡ ਕਰਨਾ ਕੁਝ ਹੋਰ, ਉਹਨਾਂ 'ਚੋਂ ਕੁਝ ਛਾਂਗਿਆ ਜਾ ਸਕਦਾ। ਇਸ ਤਰ੍ਹਾਂ ਕਰਦੇ ਕਰਦੇ ਮੇਰੀ ਕਵਿਤਾ ਬਹੁਤ ਛੋਟੀ ਹੋ ਗਈ, ਊਣੀ ਅਧੂਰੀ, ਕਦੇ ਨਾ ਪਈ ਪੂਰੀ, ਜ਼ਿੰਦਗੀ ਰਹੀ ਉਮਰ ਭਰ ਜੁੱਤੀ ਕਸੂਰੀ। ਸਹੀ। ਲੌਂਗ ਤਾਂ ਕਦੇ ਗਵਾਚਾ ਹੀ ਨਹੀਂ ਸੀ। ਕਿਆ ਬਾਤ, ਕਿਆ ਬਾਤ। ਨਿਗਾਹ ਗਵਾਚ ਗਈ, ਨਿਗਾਹ ਮਾਰਦੇ ਮਾਰਦੇ। ਹੁਣ ਆਹ ਵਾਲੀ ਕਵਿਤਾ 5-7 ਥਾਵਾਂ ਤੇ ਪੜ੍ਹੀ ਹੈ। ਇਹ ਲੋਕਾਂ ਨੂੰ ਯਾਦ ਹੈ। ਇਹ ਕਦੀ ਪੁਰਾਣੀ ਨਹੀਂ ਹੁੰਦੀ, ਇਹ ਸਭ ਨੂੰ ਯਾਦ ਹੈ। ਇਹ ਯਾਦ ਹੈ। ਲੌਂਗ ਗਵਾਚੇ ਵਾਲਾ ਹਰਮੀਤ, ਹੈ ਨਾ। ਇਹ ਵੀ ਗੱਲ ਨਹੀਂ, ਇਹ ਮੈਨੂੰ ਕਿਹਾ, ਮੈਂ ਤੇ ਧਰਮਿੰਦਰ ਔਲਖ ਨਾਲ ਇਹਦਾ ਕੋਈ ਮੈਗਜ਼ੀਨ ਲੈ ਕੇ ਗਏ ਸੀ, ਪਟਿਆਲਾ ਯੂਨੀਵਰਸਿਟੀ ਗਏ ਸੀ, ਆਪਣੀ ਗੱਡੀ ਪਾਰਕਿੰਗ 'ਚ ਲਾ ਰਹੇ ਤੇ ਦੂਰੋਂ ਕਿਸੇ ਨੇ ਆਵਾਜ਼ ਮਾਰੀ, ਉਹ ਲੌਂਗਾਂ ਵਾਲੇ ਉਹ ਕਿੱਧਰ ਫਿਰਦੇ ਜੇ? ਅੱਛਾ ਅੱਛਾ। ਮੈਂ ਕਿਹਾ ਲੌਂਗ ਹੀ ਲੱਭਣ ਆਏ ਆ। ਕਿਆ ਬਾਤ। ਤੇ ਹੁਣ ਕਵਿਤਾ ਵੀ ਜ਼ਬਾਨ ਤੇ ਚੜ੍ਹ ਜਾਣੀ ਕੋਈ। ਹਾਂ, ਬੜੀ ਵੱਡੀ ਗੱਲ ਆ, ਬੜੀ ਪ੍ਰਾਪਤੀ ਆ ਇਹ ਕਿਸੇ ਵੀ ਸ਼ਾਇਰ ਵਾਸਤੇ, ਬੜੀ ਤਗੜੀ ਪ੍ਰਾਪਤੀ ਹੈ। ਬਹੁਤ ਸਾਰੇ ਦੋਸਤ ਮੈਨੂੰ ਫੇਸਬੁੱਕ ਤੇ ਮਿਲੇ। ਫੇਸਬੁੱਕ ਵਾਲਾ ਜਿਹੜਾ ਪਲੇਟਫਾਰਮ ਆ, ਇਹ ਨਹੀਂ ਹੁੰਦਾ ਤੇ
5-7 ਦੋਸਤ ਇਹੋ ਜਿਹੇ ਮਿਲੇ ਜਿਹੜੇ ਨਹੀਂ ਸੀ ਹੋਣੇ ਮੇਰੇ ਦੋਸਤ। ਅੱਛਾ। ਬੜੇ ਵਧੀਆ ਸ਼ਾਇਰ, ਵਧੀਆ ਕਲਾਕਾਰ, ਵਧੀਆ ਇਨਸਾਨ, ਤੇ ਇੰਨੇ ਕੀ ਮਿਲਦੇ ਆ। ਓਸ਼ੋ ਨੇ ਕਿਹਾ ਕਿਤੇ, ਫਰੈਂਡਸ਼ਿਪ ਇਜ਼ ਏ ਸਿੰਕਿੰਗ ਸ਼ਿਪ। ਕੀ ਬਾਤ। ਅਰੇ ਹੁੰਦਾ ਵੀ ਆ। ਬਹੁਤੇ ਬੜੇ ਤੁਹਾਡੇ ਕਲੋਜ਼ ਜਿਹੜੇ ਹੁੰਦੇ ਨੇ, ਬੜੇ ਦੋਸਤ ਜਿਹੜੇ ਨੇ, ਉਹ ਬੜਿਆਂ ਮੌਕਿਆਂ 'ਤੇ ਪਤਾ ਲੱਗਦਾ ਵੀ ਉਹ ਕਿੰਨੇ ਕਲੋਜ਼ ਸੀ। ਜਿੰਨਾ ਹੱਸਦੇ ਚਿਹਰੇ ਨਾ ਜਿਹੜੇ ਜਿੰਨੇ, ਇਹ ਬੈਲੈਂਸ ਰੋਣ ਨਾਲ ਹੀ ਬਣਿਆ ਰਹਿੰਦਾ, ਬਣਦਾ। ਕੀ ਬਾਤ। ਬਹੁਤ ਵਾਰੀ ਹੋਇਆ। ਹੁਣ ਜਿਹੜਾ ਤੁਸੀਂ ਹਾਸੇ ਮਜ਼ਾਕ ਵਾਲੀਆਂ ਗੱਲਾਂ ਦੀ ਗੱਲ ਕੀਤੀ ਹੈ, ਜੋ ਸਹਿਜ ਹੀ ਹੋ ਜਾਂਦੀਆਂ ਨੇ, ਕਈ ਲੋਕਾਂ ਨੂੰ ਪਸੰਦ ਨਹੀਂ ਹੁੰਦੀਆਂ। ਜਿਸ ਤਰ੍ਹਾਂ ਉਹ ਪ੍ਰਟੈਂਡ ਕਰਦੇ ਆ ਕਿ ਮੈਂ ਬਹੁਤ ਸਿਆਣਾ ਬੰਦਾ। ਹਾਂ ਬਿਲਕੁਲ। ਹਾਂ ਸਹੀ ਹੈ। ਸੋਚ ਕੇ ਗੱਲ ਕਰਦੇ ਆ। ਆਹੋ ਆਹੋ। ਮੈਂ ਕਿਤੇ ਵੀ ਬੈਠਾ ਮੈਂ ਕਦੀ ਸੋਚ ਕੇ ਗੱਲ ਨਹੀਂ ਕੀਤੀ ਵੀ ਅਗਲੇ ਨੂੰ ਚੰਗੀ ਲੱਗੂ ਕਿ ਨਾ ਲੱਗੂ, ਜਾਂ ਮੈਂ ਉਹ ਗੱਲ ਕਰਾਂ ਵੀ ਇਹਨੂੰ ਚੰਗੀ ਲੱਗਣੀ ਚਾਹੀਦੀ ਹੈ, ਨਹੀਂ ਤੇ ਨਾ ਸੀ। ਇੱਕ ਜਗ੍ਹਾ ਮੈਨੂੰ ਕਿਸੇ ਨੇ ਕਿਹਾ ਸੀ, ਯਾਰ ਤੂੰ ਸਿਆਣਾ ਕਦੋਂ ਹੋਏਗਾ? ਮੈਂ ਉਹਨੂੰ ਕਿਹਾ ਕਦੀ ਨਹੀਂ। ਜੇ ਮੇਰਾ ਗੁਜ਼ਾਰਾ ਹੁਣ ਤੱਕ ਇਸੇ ਤਰ੍ਹਾਂ ਹੀ ਹੁੰਦਾ ਆਇਆ ਵਧੀਆ, ਮੈਂ ਕਿਉਂ ਬਦਲਾਂ ਆਪਣੇ ਆਪ? ਤੇ ਉਹੀ ਤੇਰੇ ਕਰਕੇ ਬਦਲਾਂ। ਆਹੋ ਤੇਰੇ ਕਰਕੇ। ਹਾਂ ਆਹੋ। ਇਹ ਤਾਂ ਸੁਭਾਅ ਨਾ ਰੱਬ ਨੇ ਦਿੱਤਾ, ਜਿਹੋ ਜਿਹਾ ਬਣਾਇਆ ਉਹਦੇ ਨਾਲ ਇਨਸਾਫ ਫਿਰ ਕਰਨ। ਉਹ ਹੈਗਾ ਸੀ ਸੋ ਕਾਲਡ ਸਿਆਣਾ। ਅੱਛਾ। ਮੈਂ ਉਹਨੂੰ ਕਿਹਾ ਸਿਆਣਪ ਜਿਹੜੀ ਹੈ ਨਾ, ਦੋ ਗੱਲਾਂ ਕਹੂੰਗਾ ਮੈਂ। ਇੱਕ ਤਾਂ ਪਹਿਲੀ ਗੱਲ, ਸਿਆਣਪ ਬੋਝ ਹੁੰਦੀ ਹੈ। ਆਹੋ ਬੋਝ ਹੁੰਦਾ ਹੈ। ਇਹਨੂੰ ਵੀ ਗਾਂ ਜਾਈਏ ਤੇ ਸਿਆਣਪ ਇੱਕ ਰੋਗ ਹੀ। ਬਿਲਕੁਲ ਸਹੀ, ਜਿਹੜਾ ਤੂੰ ਪਾਲਿਆ ਹੈ। ਸਹੀ ਹੈ। ਸਿਆਣੇ ਬਣਦਾ ਉਹ ਬੋਝ ਜਿਹਾ ਰੱਖੀ ਜਾਣਾ। ਸਿਆਣੇ ਹੋਣ ਨਾਲੋਂ ਹੁਣ ਦੀ ਬਜਾਏ ਜੇ ਤੁਸੀਂ ਪਾਰਦਰਸ਼ੀ ਹੋਵੋ, ਹਾਂ, ਉਹ ਜ਼ਿਆਦਾ ਵਧੀਆ। ਸਹੀ ਹੈ। ਬਿਲਕੁਲ ਸਹੀ। ਚਾਹੇ ਤੁਸੀਂ ਕਿੰਨੇ ਵੀ ਬੁਰੇ ਹੋ ਜਾਂ ਕਿੰਨੇ ਵੀ ਚੰਗੇ ਹੋ, ਤੁਸੀਂ ਪਾਰਦਰਸ਼ੀ ਉਹ ਦਿਸੋ ਅਗਲੇ ਨੂੰ। ਜੇ ਬੁਰਾ ਵਾਂ ਤੇ ਮੈਂ ਬੁਰਾ ਆ, ਉਹਨੂੰ ਦੇਖਣਾ ਚਾਹੀਦਾ। ਚੰਗਾ ਵਾਂ ਤੇ ਮੈਂ ਇੰਨਾ ਕੁ ਚੰਗਾ ਵਾਂ। ਘੱਟੋ ਘੱਟ ਲੁਕੋਇਆ ਤਾਂ ਨਾ ਹੋਵੇ ਸਾਡੇ ਕੋਲ ਕੁਛ। ਨਹੀਂ। ਹਾਂ। ਇੱਥੇ ਪਤਾ ਕੀ, ਕੋਈ ਦੁਪਹਿਰ ਵੇਲੇ ਕੋਈ ਗੈਸਟ ਆ ਜਾਏ ਤੇ ਫਿਰ ਉਹਨਾਂ ਨੂੰ ਮੈਂ ਘਰੋਂ ਰੋਟੀ ਨਹੀਂ ਖਵਾਉਂਦਾ। ਮੈਂ ਆਪਣੇ ਆਪ ਨੂੰ ਸਮਝਣਾ ਵੀ ਮੈਨੂੰ ਤੁਸੀਂ ਰੋਟੀ ਨਹੀਂ ਖਵਾਉਣੀ, ਤੇ ਉਹਨਾਂ ਨੂੰ ਉੱਥੇ ਲੈ ਜਾਂਦਾ। ਫਿਰ ਉਹ ਪਕੌੜੇ ਤੇ ਕੁਲਚੇ ਤੇ ਉਹਦੀ ਜਿਹੜੀ ਚਟਨੀ ਬਣਾਈ ਹੋਈ ਆ, ਤੇ ਉੱਥੇ ਨਹਿਰ ਦੇ ਕੰਢੇ ਤੇ ਹੀ ਬਹਿ ਕੇ ਖਾਂਦੇ ਆ। ਮੈਂ ਤੇਰੀ ਰੱਖਾਂ ਨਾ। ਤੇ ਹਾਂ, ਉਹ ਫਿਰ ਸਾਨੂੰ ਯਾਦ ਆਉਂਦਾ ਕਰਦੇ ਨੇ, ਤੇ ਉਹਦੀਆਂ ਫੋਟੋਆਂ ਪਾਉਂਦੇ ਨੇ। ਆਹੋ। ਇਹ ਨੇ ਜੀ ਸਾਡੇ ਨਹਿਰ ਵਾਲੇ ਪਕੌੜੇ। ਮੇਰੇ ਇਸ ਟਾਈਮ ਜਿਹੜੇ ਮੇਰੇ ਕੋਲ ਦੋਸਤ ਆਉਂਦੇ ਨਾ ਸਾਰੇ, ਉਹ ਮੇਰੇ ਘਰੋਂ ਨਹੀਂ ਰੋਟੀ ਖਾਂਦੇ। ਉਹਨਾਂ ਨੇ ਕਹਿਣਾ ਜੀ ਇੱਥੋਂ ਸਾਨੂੰ, ਹਾਂ, ਸਿੱਧੇ ਇੱਥੇ ਆਪਾਂ ਉੱਥੇ ਬਹਿ ਕੇ ਖਾਣੇ ਆ ਨਹਿਰ ਤੇ। ਤੇ ਆਪ ਕੋਈ ਨਹਿਰ ਲੱਗੇ ਵਗਣ ਡਈ ਹੈ। ਹਾਂਜੀ ਹਾਂ। ਤੇ ਆਪਾਂ ਵੀ ਹੁਣ ਆਪਣਾ ਲੰਚ ਇੱਥੇ ਹੀ ਕਰਦੇ ਹਾਂ। ਠੀਕ ਆ। ਠੀਕ ਹੈ। ਹਾਂ। ਜਦੋਂ ਮੈਂ ਇੱਥੇ ਸ਼ਿਫਟ ਕੀਤਾ ਸੀ ਨਾ ਇਸ ਘਰ, ਅਜੇ ਮਹੀਨਾ ਕੀ ਹੋਇਆ ਸੀ ਆਏ ਨੂੰ, ਤੇ ਮੇਰਾ ਇੱਕ ਦੋਸਤ ਆਇਆ ਤੇ ਕਹਿੰਦਾ, ਲੈ ਹਰਮੀਤ ਆ ਬੜਾ ਟਿਕਾਣੇ ਦੇ ਘਰ ਬਣਾਇਆ ਜੀ। ਮੈਂ ਕਿਵੇਂ? ਉਹ ਨਹਿਰ ਦੇ ਕੰਢੇ ਕਹਿੰਦਾ ਬਣਾਇਆ ਹੈ। ਤੇ ਕਿਸੇ ਵੇਲੇ ਬੰਦੇ ਦਾ ਮੂਡ ਖਰਾਬ ਹੋਵੇ, ਮੈਂ ਕਿਹਾ ਯਾਰ ਤੂੰ ਵਧਾਈ ਦੇਣਾ ਹੈ ਮੈਨੂੰ ਕਿ ਇਹੋ ਜਿਹੀ ਗੱਲ ਕਰਨਾ ਆ। ਤੇ ਖੈਰ ਉਹ ਹੈ ਹੀ ਇਸ ਤਰ੍ਹਾਂ ਦਾ। ਮੈਂ ਉਹਨੂੰ ਕਿਹਾ ਵੀ ਇਹ 'ਚ ਕਿਹੜਾ ਹਰ ਵੇਲੇ ਪਾਣੀ ਆਉਂਦਾ। ਉਹ ਕਹਿੰਦਾ ਪਾਣੀ ਵੀ ਨਹੀਂ ਹੋਣਾ। ਨਹੀਂ, ਉਹ ਕਹਿੰਦਾ ਉਹ ਕਿਸਮਤ ਚੰਗੀ ਹੋਵੇ ਤੇ ਪਾਣੀ ਵੀ ਆ ਜਾਂਦਾ। ਇਹੋ ਜਿਹੀ ਗੱਲ। ਮੇਰੇ ਵਧੀਆ ਦੋਸਤਾਂ ਦੇ ਵਿੱਚੋਂ ਮੇਰਾ ਦੋਸਤ ਆ ਜਸਵਿੰਦਰ ਮਾਨ। ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਉਹ ਰਿਟਾਇਰ ਹੋਇਆ ਐਕਸੀਅਨ ਮੰਡੀ ਬੋਰਡ ਤੋਂ, ਤੇ ਬੜਾ ਜ਼ਹੀਨ ਬੰਦਾ ਆ। ਓਸ਼ੋ ਦਾ ਡਿਸਾਈਪਲ ਆ। ਮੈਂ ਵੀ ਓਸ਼ੋ ਦਾ ਡਿਸਾਈਪਲ ਆ। ਅਸੀਂ ਇਕੱਠਿਆਂ ਨੇ ਜਿਹੜਾ ਸੰਨਿਆਸ ਲਿਆ ਸੀ। ਅੱਛਾ ਅੱਛਾ। ਤੇ ਓਸ਼ੋ ਦੀਆਂ ਜਿਹੜੀਆਂ
ਹੈਗੀਆਂ ਨੇ ਮੈਡੀਟੇਸ਼ਨ ਕੈਂਪ, ਹਾਂ ਸ਼ਿਵਰ ਲੱਗਦੇ ਨੇ, ਅੱਛਾ ਮੈਂ ਉਹ ਅਟੈਂਡ ਕਰਦਾ ਰਹਿੰਦਾ। ਹੂੰ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਵਰਕਸ਼ਾਪ ਹੁੰਦੀ ਹੈ। ਹੂੰ ਜਿਸ ਤਰ੍ਹਾਂ ਮੰਨ ਲਓ 3 ਦਿਨ ਦਾ ਹੈਗਾ, ਹੂੰ ਅਤੇ 3 ਦਿਨ ਦੇ ਵਿੱਚ ਉਹ ਤੁਹਾਨੂੰ ਆਲਮੋਸਟ ਜਿੰਨੀਆਂ ਮੈਡੀਟੇਸ਼ਨ ਦੀਆਂ ਟੈਕਨੀਕਸ ਨੇ ਹੂੰ ਉਹ ਪ੍ਰੈਕਟਿਸ ਕਰਾਉਂਦੇ ਆ। ਹੂੰ ਅਤੇ ਉਹਦੇ 'ਚ ਜਿਹੜਾ ਸਾਧਕ ਆ ਜਾਂ ਉਹਨੇ ਆਪ ਸਿਲੈਕਟ ਕਰਨਾ ਹੁੰਦਾ ਕਿ ਮੈਂ ਘਰ ਜਾ ਕੇ ਫਿਰ ਕਿਹੜੀ ਟੈਕਨੀਕ ਜਾਰੀ ਰੱਖਣੀ ਹੈ, ਮੈਨੂੰ ਕਿਹੜੀ ਟੈਕਨੀਕ ਸੂਟ ਕਰਦੀ ਹੈ। ਅੱਛਾ ਜਿਵੇਂ ਕਿ ਸਾਰੇ ਧਰਮਾਂ 'ਚ ਹਰ ਚੀਜ਼ ਇੱਕੋ ਹੀ ਚੀਜ਼ ਸਭ 'ਤੇ ਥੋਪ ਦਿੰਦੇ ਆ, ਹਾਂ ਤੁਸੀਂ ਇਹੀ ਕਰਨਾ। ਹਾਂ ਇੱਥੇ ਇਸ ਤਰ੍ਹਾਂ ਨਹੀਂ ਹੈ। ਅੱਛਾ ਹਾਂ, ਮੈਂ ਮਾਣ ਦੀ ਗੱਲ ਕਰ ਰਿਹਾ ਸੀ। ਹੂੰ ਉਹ ਮੇਰੇ ਉਹਨੂੰ ਮੈਂ ਕਹਿੰਦਾ ਨਾ ਕਿ ਹੀ ਇਜ਼ ਮਾਈ ਲਿਮਟਿਡ ਐਡੀਸ਼ਨ ਹੂੰ ਫਰੈਂਡ। ਹੂੰ ਹੂੰ ਉਹ ਇਸ ਤਰ੍ਹਾਂ ਦਾ ਦੋਸਤ ਹੈ ਮੇਰਾ। ਹੂੰ ਬਾਕੀ ਬਹੁਤ ਸਾਰੇ ਦੋਸਤ ਨੇ ਹੂੰ ਅੰਮ੍ਰਿਤਸਰ 'ਚ। ਜੇ ਤੁਸੀਂ ਕਹੋ ਕਿ ਪਰਟੀਕੂਲਰ ਕੋਈ, ਹੂੰ ਕਿਉਂਕਿ ਸਾਰੇ ਹੀ ਦੋਸਤ ਨੇ, ਅਤੇ ਫਿਰ ਮੈਂ ਵਿੱਚੋਂ ਕਿਸੇ ਇੱਕ ਦੋ ਦਾ ਨਾਮ ਕਿਉਂ ਲਵਾਂ। ਹੂੰ ਹੁਣ ਇੱਥੇ ਜਿਹੜੇ ਕੋਈ ਗਰੁੱਪ ਵੀ ਹੋਣਗੇ ਬਣੇ ਆ, ਕੋਈ ਸਭਾਵਾਂ ਦੇ ਜਾਂ ਲਿਟਰੇਚਰ ਦੇ, ਮੇਰਾ ਹਰੇਕ ਨਾਲ ਇੱਕੋ ਜਿਹਾ। ਮੈਨੂੰ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਜੀ, ਅਸੀਂ ਇਹਦੇ ਪ੍ਰੋਗਰਾਮ 'ਤੇ ਨਹੀਂ ਜਾਣਾ, ਆਹੋ ਉਹਨਾਂ ਨੇ ਇਹਦੇ 'ਤੇ ਨਹੀਂ ਜਾਣਾ, ਹਾਂ ਇਸ ਤਰ੍ਹਾਂ ਦੇ ਕੁਝ ਹੁੰਦੇ ਨੇ। ਅੱਛਾ, ਇਹਦੇ ਨਾਲ ਕੀ ਮਿਲਦਾ ਵਾ? ਇਹ ਕੀ ਚੱਕਰ ਹੁੰਦਾ? ਮੈਨੂੰ ਇਹ ਵੀ ਦੱਸੋ ਥੋੜਾ ਜਿਹਾ। ਕੁਝ ਨਹੀਂ ਮਿਲਦਾ, ਸਗੋਂ ਇੱਕ ਜਗ੍ਹਾ 'ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਨਹੀਂ, ਜੇ ਬੰਦਾ, ਮੈਂ ਤੁਹਾਨੂੰ ਆਨਾ ਫਲਾਣੇ ਦੇ ਪ੍ਰੋਗਰਾਮ, ਤੁਸੀਂ ਮਲਵਿੰਦਰ ਦੇ ਪ੍ਰੋਗਰਾਮ ਤੇ ਨਹੀਂ ਜਾਣਾ, ਹਾਂ, ਹੈਨਾ, ਤੁਸੀਂ ਮੈਨੂੰ ਆਖੋ ਤੁਸੀਂ ਅਰਤਿੰਦਰ ਸੰਧੂ ਦੇ ਪ੍ਰੋਗਰਾਮ ਤੇ ਨਹੀਂ ਜਾਣਾ, ਮੈਂ ਕੇਵਲ ਦੇ ਪ੍ਰੋਗਰਾਮ ਤੇ ਨਹੀਂ ਜਾਣਾ, ਤੁਸੀਂ ਫਲਾਣੇ ਦੇ ਪ੍ਰੋਗਰਾਮ ਤੇ ਨਹੀਂ ਪਰ ਇਹ ਜਾਣਾ। ਬਹੁਤ ਮਾੜੀ ਗੱਲ ਹੈ। ਕੀ ਹੋਊਗਾ ਇਹਦੇ ਨਾਲ? ਕੁਝ ਨਹੀਂ ਹੁੰਦਾ, ਹੂੰ ਸਗੋਂ ਤੁਹਾਡੇ 'ਚ ਗੈਪ ਹੋਰ ਵੱਧਦਾ। ਹਾਂ ਹੂੰ ਸਗੋਂ ਇੱਕੋ ਸ਼ਹਿਰ ਦੇ ਵਿੱਚ ਰਹਿੰਦੇ ਅਸੀਂ, ਹੂੰ ਸਾਰੇ ਇਕੱਠੇ ਹੋਣੇ ਚਾਹੀਦੇ ਆ, ਪ੍ਰੋਗਰਾਮ ਬੜੇ ਭਰਪੂਰ ਗਿਣਤੀ ਹੋਣੀ ਚਾਹੀਦੀ ਹੈ। ਬਿਲਕੁਲ, ਹਾਂ। ਜਿੱਥੇ 50 ਬੰਦੇ ਹੁੰਦੇ ਬੈਠੇ, ਉੱਥੇ 200 ਬੰਦਾ ਬੈਠਾ ਹੋਵੇ, ਫਿਰ 200 ਬੰਦਾ ਬੈਠਾ ਹੋਣਾ ਚਾਹੀਦਾ, ਤੇ ਕਵੀ ਨੂੰ ਕਵਿਤਾ ਪੜ੍ਹਨ ਦਾ ਸਵਾਦ ਆ ਜੀ, ਸਾਰਿਆਂ ਨੂੰ ਹੈਨਾ। ਪਤਾ ਲੱਗੇ। ਕੋਈ ਨਾਟਕ ਹੋਣ ਡਿਆ ਵਾ, 1000 ਬੰਦਾ ਬੈਠਾ ਹੋਵੇ ਸਾਹਮਣੇ, ਉਹ 50 ਬੰਦੇ ਉੱਥੇ ਬੈਠੇ ਹੋਣ, 50 ਉੱਥੇ, ਤੁਸੀਂ ਵਿਰਸਾ ਵਿਹਾਰ ਨਹੀਂ ਹੋਣਾ, ਤੁਸੀਂ ਨਾਟਸ਼ਾਲਾ ਨਹੀਂ ਜਾਣਾ, ਹੈਨਾ। ਇਸ ਟਾਈਪ ਦਾ ਜਿਹੜਾ ਹੋ ਗਿਆ, ਇਹ ਹਰ ਸ਼ਹਿਰ 'ਚ ਹੀ ਆ, ਆਪਣੇ ਅੰਮ੍ਰਿਤਸਰ 'ਚ ਵੀ ਆ, ਬਾਕੀ ਸ਼ਹਿਰਾਂ 'ਚ ਵੀ ਇਦਾਂ ਹੀ ਆ। ਹਰੇਕ 'ਚ ਹੈਗਾ। ਉਹ ਥੋੜ੍ਹੀਆਂ ਲੌਬੀਆਂ ਬਣੀਆਂ ਆ, ਗਰੁੱਪ ਬਣੇ ਆ, ਹੈਨਾ। ਹਰ ਇੱਕ ਦੇ ਕੰਮ ਦਾ ਨਾ ਆਪਣਾ ਆਪਣਾ ਨਿਜਤਵ ਹੈ। ਨਹੀਂ, ਇਸ ਰੋਕ ਤੇ ਤੁਹਾਡੇ ਦੋਸਤ? ਮੇਰਾ ਜ਼ਿਆਦਾ ਨਹੀਂ ਇਹਨਾਂ ਨਾਲ ਕਿਸੇ ਨਾਲ ਕੋਈ ਵਾਹ ਹੈਗਾ। ਤੇ ਜਦੋਂ ਕਿਤੇ ਐਗਜ਼ੀਬਿਸ਼ਨ ਹੁੰਦੀ ਆ ਜਾਂ ਪ੍ਰੋਗਰਾਮ ਹੁੰਦੇ ਆ, ਉੱਥੋਂ ਕਿਤੇ ਮਿਲ ਲਿਆ, ਨਹੀਂ ਤੇ ਮੇਰਾ ਇਮਰੋਜ਼ ਸਾਹਿਬ ਨਾਲ ਬੜਾ ਹਾਂ ਨੇੜ ਸੀ, ਹਾਂ ਬਹੁਤ ਪਿਆਰ ਸੀ ਮੇਰਾ। ਕਿਸੇ ਲੇਖਕ ਬਾਰੇ ਗੱਲ ਹੋ ਰਹੀ ਸੀ ਕਿ ਉਹ ਕਹਿੰਦਾ ਕਿ ਮੇਰਾ ਕਿਸੇ ਨੇ ਨੋਟਿਸ ਨਹੀਂ ਲਿਆ, ਕਦੀ ਚਰਚਾ ਨਹੀਂ ਹੋਇਆ, ਅੱਛਾ, ਮੇਰੀ ਕੰਮ ਕਿਤਾਬ ਬਾਰੇ ਗੱਲ ਨਹੀਂ ਕਿਤੇ ਹੋਈ। ਤੇ ਉਹ ਕਹਿੰਦੇ ਤੁਹਾਡਾ ਕੰਮ ਵਧੀਆ ਹੋਣਾ ਚਾਹੀਦਾ ਹੈ, ਦੇਰ ਸਵੇਰ ਚਰਚਾ ਹੋਏਗਾ ਹੀ, ਨੋਟਿਸ ਲਿਆ ਹੀ ਜਾਏਗਾ। ਸਹੀ, ਹਾਂ। ਕੰਮ ਤੇ ਵਧੀਆ ਹੋਵੇ, ਹਾਂ, ਕਰੀ ਚਲੋ ਚੁੱਪ ਕਰਕੇ। ਇੱਕ ਵਾਰੀ ਮੈਂ ਉਹਨਾਂ ਦੇ 2-3 ਸਕੈਚ ਜੋੜ ਕੇ ਨਾ ਥੱਲੇ ਕੁਛ ਲਿਖਿਆ। एक शेर हैगा सी, मैं भी तो अपनी बात लिखूँ अपने हाथ से, मेरे सफ़े पे छोड़ दे थोड़ा सा हाशिया। उन्होंने 2-3 स्कैच जोड़े हुए सी, उन्होंने मैं पेज ही बना के लै गया। मैं कहा जी आपको मैं थोड़े स्कैच जोड़ के तो थल्ले आ लिखे। उन्होंने उस वे ही आवाज़ मारी अमृता ने, वो दूसरे कमरे सी, अमृता जी आए तो फिर इन्होंने उन्होंने दिखाया, तो अमृता जी थोड़ा ਸਮਾਈਲ ਜੀ ਦਿੱਤੀ, ਮੁਸਕਰਾਏ, ਕੁਛ ਨਹੀਂ ਕਿਹਾ। ਅਤੇ ਮੈਨੂੰ ਲੱਗਿਆ ਕਿ ਉਹਨਾਂ ਨੂੰ ਵੀ ਚੰਗਾ ਲੱਗਿਆ ਸੀ। ਅਤੇ ਕਹਿੰਦੇ ਜੇ ਤੂੰ ਇਸ ਤਰ੍ਹਾਂ ਦਾ ਹੀ ਕੰਮ ਕਰਨਾ ਨਾ, ਅਤੇ ਮੇਰਾ ਕੋਈ ਵੀ ਸਕੈਚ ਜਦੋਂ ਮਰਜ਼ੀ ਜਿੱਥੇ ਮਰਜ਼ੀ ਤੂੰ ਵਰਤ ਸਕ। ਪਰਮਿੰਦਰ ਜੀ ਦੇ ਬਾਰੇ ਕੋਈ ਗੱਲ? ਮੇਰਾ ਉਹਨਾਂ ਨਾਲ ਇੰਨਾ ਵਾਹ ਨਹੀਂ ਰਿਹਾ। ਅੱਛਾ, ਹਾਂ, ਮੈਂ ਮਿਲਦੇ ਗਿਲਦੇ ਰਹੇ ਹਾਂ। ਅਤੇ ਇੱਕ ਗੱਲ ਮੈਨੂੰ ਪਤਾ ਹੈ ਕਿ ਉਹ ਸੰਪਾਦਕ ਦੇ ਤੌਰ 'ਤੇ ਬੜੇ ਕਮਾਲ ਦੇ ਸੰਪਾਦਕ ਸੀ। ਕੋਈ ਲਿਹਾਜ਼ ਨਹੀਂ, ਕੰਪਰੋਮਾਈਜ਼ ਨਹੀਂ ਉਹਨਾਂ ਨੇ ਕੀਤਾ ਆਪਣੇ ਅੱਖਰ ਮੈਗਜ਼ੀਨ ਨਾਲ। ਹਾਂ, ਬਿਲਕੁਲ। ਇਹ ਨਹੀਂ ਵੀ ਮੇਰੇ ਦੋਸਤ ਦੀ ਕਵਿਤਾ ਹੈ ਜਾਂ ਫਲਾਣੇ, ਨਹੀਂ, ਉਹਨਾਂ ਨੇ, ਮੈਂ ਸੁਣਿਆ ਹੋਇਆ ਕਿ ਉਹਨਾਂ ਨੇ ਚੰਗੇ ਚੰਗੇ ਲੇਖਕਾਂ ਦੀਆਂ ਕਵਿਤਾਵਾਂ ਵਾਪਸ ਕੀਤੀਆਂ, ਮੋੜੀਆਂ ਨੇ, ਬੜੇ
ਤਰੀਕੇ ਨਾਲ ਕਹਿ ਕੇ ਉਹਨਾਂ ਨੂੰ ਹਾਂ ਬੜੇ ਹਿਸਾਬ ਨਾਲ ਕਿਵੇਂ ਹਾਂ ਸਹੀ ਵਧੀਆ ਤਰ੍ਹਾਂ ਨਾਲ ਉਹਨਾਂ ਨੂੰ, ਔਰ ਉਹਨਾਂ ਨੇ ਫਿਰ ਅੱਗੋਂ ਵਧੀਆ ਵੀ ਲਿਖਿਆ। ਹਾਂ ਫਿਰ ਉਹ ਕੁਝ ਛਪਦੇ ਵੀ ਰਹੇ ਉਹ ਅੱਖਰ 'ਚ। ਹਾਂ ਸਹੀ ਹੈ, ਬਿਲਕੁਲ ਸਹੀ ਹੈ। ਔਰ ਇਹ ਗੱਲ ਮੈਂ ਬੜਿਆਂ ਕੋਲੋਂ ਸੁਣੀ ਹੈ ਹਾਂ ਵੀ ਅੱਖਰ ਦੀ ਮਤਲਬ ਜਿਹੜਾ ਸੰਪਾਦਕ ਦੇ ਤੌਰ 'ਤੇ ਉਹ ਬੜੇ ਉਹਨਾਂ ਦਾ ਨਜ਼ਰੀਆ ਵਧੀਆ, ਬੜਾ ਸਿੰਸੀਅਰ ਰਿਹਾ ਅੱਖਰ। ਇੱਕ ਰਿਸ਼ਤੇ ਦਾ ਸਰਵਰਕ ਬਣਨਾ ਆਇਆ, ਪੁੱਛਿਆ ਮੈਂ ਅੰਦਰ ਕੀ ਹੈ। ਫਿਰ ਇੱਥੇ ਤੁਸੀਂ ਜਿੱਥੇ ਜਿੱਥੇ ਸਪੇਸ ਹੈ ਤੁਸੀਂ ਆਪੇ ਸਮਝ ਲਿਓ। ਇੱਕ ਰਿਸ਼ਤੇ ਦਾ ਸਰਵਰਕ ਬਣਨਾ ਆਇਆ, ਪੁੱਛਿਆ ਮੈਂ ਅੰਦਰ ਕੀ ਹੈ। ਵਿਆਹੀ ਹੋਈ ਇੱਕ ਕਵਿਤਾ ਹੈ ਬਸ। ਤੂੰ ਤਾਂ ਜਾਣਦਾ ਵਰਿਆਂ ਤੋਂ ਵਿਆਹਿਆਂ ਵਰਿਆਂ ਨੂੰ, ਆਰਟਿਸਟਾ ਬਣਾ ਫਿਰ ਸਰਵਰਕ ਕਬਾਰਾ ਜਿਹਾ ਕੋਈ। ਜਿਹੜੇ ਆਪਣੇ ਸੁਖਜੀਤ ਹੋਰੀ ਨੇ ਕਹਾਣੀਕਾਰ, ਉਹ ਚੇਚਾ ਫੋਨ ਕਰਨਗੇ ਚੱਲ ਸੁਣਾ ਵੀ ਕੋਈ ਨਵੀਂ ਲਿਖੀ ਹੈ ਤੇ ਸਭ ਤੋਂ ਜ਼ਿਆਦਾ ਜ਼ੋਰ ਉਹ ਕਹਿ ਰਹੇ ਤੇ ਯਾਰ ਇਸ ਤਰ੍ਹਾਂ ਕਿਤਾਬ ਛਪਵਾ ਲਾ, ਨਹੀਂ ਤੇ ਕਵਿਤਾਵਾਂ ਰੁਲ ਜਾਣੀਆਂ, ਇਸ ਤਰ੍ਹਾਂ ਇੱਧਰ ਉੱਧਰ ਹੋ ਜਾਂਦੀਆਂ ਨੇ, ਗਵਾਚ ਜਾਂਦੀਆਂ ਨੇ। ਤੇ ਉਹਨਾਂ ਨੂੰ ਮੈਂ ਇਹ ਕਿਹਾ ਕਿ ਜਿਹੜੀਆਂ ਮੈਂ ਅੱਜ ਤੋਂ 2 ਸਾਲ ਪਹਿਲਾਂ ਲਿਖੀਆਂ ਸੀ ਤੇ ਜਿਹੜੀਆਂ ਮੈਂ ਅੱਜ ਲਿਖ ਰਿਹਾ, ਹੁਣ ਮੈਨੂੰ ਲੱਗਦਾ ਕਿ ਪਹਿਲੇ ਵਾਲੀਆਂ ਕਵਿਤਾਵਾਂ ਹੀ ਨਹੀਂ। ਇਸ ਕਰਕੇ ਜੇ ਮੈਂ ਕਾਹਲੀ ਦੇ ਵਿੱਚ ਛਪਵਾ ਦੂੰਗਾ ਤੇ ਉਹ ਵੀ ਛਪ ਜਾਣੀਆਂ ਸੀ। ਤੇ ਹੁਣ ਜਿਹੜੀਆਂ ਅੱਜ ਇਸ ਤੋਂ ਬਾਅਦ ਆਉਣਗੀਆਂ 2 ਮਹੀਨਿਆਂ ਨੂੰ, 3 ਮਹੀਨਿਆਂ ਨੂੰ, ਸਾਲ ਨੂੰ, ਉਹਨਾਂ 'ਚ ਵੀ ਕੁਛ ਨਾ ਕੁਛ ਤੁਹਾਡੀ ਸਮਝ ਦੇ ਵਿੱਚ ਫਰਕ ਪੈਂਦਾ ਜਾਂਦਾ। ਇੱਕ ਬੇਟਾ ਇੱਕ ਬੇਟੀ ਹੈ ਤੇ ਇੱਕ ਘਰ ਵਾਲੀ। ਅੱਛਾ, ਇਹ ਵੀ ਵਧੀਆ ਗੱਲ। ਬੇਟੀ ਹੈ ਇੱਕ ਘਰ ਵਾਲੀ ਹਾਂ। ਮੈਂ ਆਪਣੀ ਕਿਤਾਬ ਦਾ ਨਾਮ ਸੋਚ ਲਿਆ ਹੈ। ਨਹੀਂ, ਰੱਬ ਦੀ ਘਰ ਵਾਲੀ। ਰੱਬ ਦੀ ਘਰ ਵਾਲੀ, ਹਾਂ। ਅੱਛਾ। ਤੇ ਬੇਟੀ ਮੈਰਿਡ ਹੈ ਤੇ ਬੇਟਾ ਮੈਰਿਡ ਨਹੀਂ ਹੈ। ਇਸ ਸਾਲ ਉਹ ਵੀ ਕਰ ਦਾਂਗੇ। ਬੇਟਾ ਆਰਕੀਟੈਕਟ ਹੈ, ਇੱਥੇ ਹੀ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋਬ ਹੈ ਉਹਦੀ, ਆਪਣੇ ਡਿਪਾਰਟਮੈਂਟ 'ਚ ਐਜ਼ ਏ ਅਸਿਸਟੈਂਟ ਆਰਕੀਟੈਕਟ ਕੰਮ ਕਰ ਰਿਹਾ। ਉਹ ਬੜਾ ਵਧੀਆ ਕੰਮ ਕਰ ਰਿਹਾ। ਨਾਮ ਉਹਦਾ ਜੀ ਸੁਮੇਰਜੀਤ ਸਿੰਘ। ਵੈਸੇ ਘਰੇ ਉਹਨੂੰ ਆਪਾਂ ਸ਼ੈਲ ਕਹਿੰਦੇ ਹਾਂ। ਸ਼ੈਲ ਹੀ ਨਹੀਂ ਕਹਿੰਦੇ, ਸ਼ੈਲ ਜੀ ਕਹਿੰਦੇ ਹਾਂ। ਤੇ ਬੇਟੀ ਦਾ ਨਾਮ ਵੈਸੇ ਜੈਦੀਪ ਕੌਰ ਹੈ। ਉਹਨੇ ਵੀ ਮਾਸਟਰ ਡਿਗਰੀ ਕੀਤੀ ਹੈ ਕੰਪਿਊਟਰ ਸਾਇੰਸ 'ਚ, MSc, ਅਤੇ ਨਾਲ ਉਹਨੇ ਫਰੈਂਚ ਦੇ ਡਿਪਲੋਮੇ ਵਗੈਰਾ ਕੀਤੇ ਨੇ। ਅਤੇ ਆਪੇ ਹੀ ਕਰ ਕੁਰ ਗਏ ਨੇ, ਮੈਨੂੰ ਨਹੀਂ ਪਤਾ ਰਿਹਾ ਕਿਹੜੇ ਵੇਲੇ ਪੜ੍ਹ ਗਏ ਨੇ। ਅਤੇ ਉਹਦਾ ਦੂਸਰਾ ਨਾਂ ਆ ਸਰਗੀ। ਸਰਗੀ ਨਾਂ ਉਹਦਾ ਰੱਖਿਆ ਸੀ ਹਰਭਜਨ ਜੱਬਲ ਨੇ, ਕਿਉਂਕਿ ਇਹਦਾ ਤੜਕੇ 4 ਵਜੇ ਦਾ ਇਹਦਾ ਜਨਮ ਸੀ। ਅਤੇ ਉੱਦਾਂ ਹੀ ਮੈਂ ਜੱਬਲ ਉਹਨਾਂ ਨੂੰ ਫੋਨ ਕੀਤਾ ਅਤੇ ਮੈਂ ਕਿਹਾ ਇਹਦੀ ਬੇਟੀ ਆਈ ਹੈ ਅਤੇ ਅੱਜ ਸਵੇਰੇ ਇੰਨੇ ਵਜੇ, ਚੱਲ ਫਿਰ ਉਹਦਾ ਨਾਂ ਸਰਗੀ ਰੱਖਦੇ। ਅਤੇ ਉਦੋਂ ਤੋਂ ਇਹਦਾ ਨਾਂ ਸਰਗੀ ਹੈ। ਉਹਨਾਂ ਨਾਲ ਕਿੱਦਾਂ ਹੀ ਤੁਹਾਡੇ ਰਿਸ਼ਤੇ? ਜੱਬਲ ਸਾਹਿਬ ਨਾਲ, ਜੱਬਲ ਸਾਹਿਬ ਨਾਲ ਅੰਮ੍ਰਿਤਸਰ ਦੇ ਵਿੱਚ ਜੇ ਮੈਂ ਕਹਾਂ ਕਿ ਸਭ ਤੋਂ ਜ਼ਿਆਦਾ ਜਿਹੜਾ ਗੂੜ ਹੈ ਨਾ, ਉਹ ਮੇਰੇ ਨਾਲ ਸੀ। ਅੱਛਾ ਅੱਛਾ। ਅਤੇ ਸਾਡੇ ਘਰਾਂ 'ਚ ਆਉਣ ਜਾਣ ਇੱਕ ਦੂਜੇ ਦੇ, ਅਤੇ ਕਿਤੇ ਉਹਨਾਂ ਨੇ ਕਿਤੇ ਵੀ ਜਾਣਾ, ਉਹਨਾਂ ਮੈਨੂੰ ਫੋਨ ਕਰਨਾ, ਇੱਧਰ ਜਾ ਰਹੇ ਹਾਂ ਉੱਧਰ। ਇੱਕ ਵਿਆਹ ਲੈ ਗਏ ਮੈਨੂੰ, ਵਿਆਹ 'ਚ ਲੈ ਗਏ ਅਤੇ ਉੱਥੇ ਜਾ ਕੇ ਮੈਨੂੰ ਨਹੀਂ ਸੀ ਉਹ ਜਾਣਦੇ। ਮੇਰੀ ਇੰਟਰੋਡਕਸ਼ਨ ਕਰਾਈ ਉਹਨਾਂ ਨੇ, ਇਹ ਵੀ ਹਰਮੀਤ ਆ, ਜੇ ਬੋਲੇ ਨਾ ਤਾਂ ਬਹੁਤ ਵਧੀਆ ਬੰਦਾ। ਹਾਂ। ਅਤੇ ਸਾਡਾ ਆਪਸ 'ਚ ਬੈਂਡ ਖਲੋਣ ਵੀ ਹੈਗਾ ਸੀ। ਬੈਂਡ ਖਲੋਣ। ਅਤੇ ਇਹਨਾਂ ਵੱਲ ਗਿਆ ਮੈਂ ਇੱਕ ਵਾਰੀ ਸਵੇਰੇ 10 ਵਜੇ,
ਕੰਮ ਕਰ ਰਹੇ ਸੀ ਆਪਣੇ, ਤੇ ਆਪਣੇ ਬੇਟੇ ਨੂੰ ਆਵਾਜ਼ ਮਾਰੀ, ਉਹ ਗੋਲਡੀ ਅੰਕਲ ਆਏ, ਇਹਨਾਂ ਨੂੰ ਚਾਹ ਪਿਆ। ਉਹ ਗੋਲਡੀ ਨੇ ਵੀ ਨਾ ਚਾਹ ਜਿਵੇਂ ਹੱਥ 'ਚ ਹੀ ਫੜੀ ਹੁੰਦੀ ਨਾ, ਆ ਲਓ, ਗਲਾਸ 'ਚ ਰੱਖ ਦਿੱਤੀ। ਮੈਂ ਘੁੱਟ ਭਰੀ ਤੇ ਠੰਡੀ ਚਾਹ। ਮੈਂ ਜੱਬਲ ਸਾਹਿਬ ਗਰਮੀ ਕਰਾ ਦਿੰਦੇ। ਉਹ ਯਾਰ ਸਵੇਰ ਦੀ 7-8 ਵਾਰੀ ਗਰਮ ਕਰਾ ਲਈ ਆ, ਹੁਣ ਕਿੰਨੀ ਕੁ ਵਾਰੀ ਕਰਾਈ ਜਾਈਏ? ਤੁਸੀਂ ਕਹਿੰਦੇ ਨਾ ਰੋਣ ਦੀ ਗੱਲ ਕੀਤੀ ਸੀ, ਬਹੁਤ ਬੰਦੇ ਜਾਂਦੇ ਰਹਿੰਦੇ ਨੇ, ਬਹੁਤ ਘੱਟ ਬੰਦਿਆਂ ਤੇ ਮੈਂ ਨੋਰਮਲ ਹੀ ਰਹਿੰਦਾ, ਪਰ ਜੱਬਲ ਉਹਨਾਂ ਦੇ ਜਾਣ ਤੇ ਮੈਂ ਬਹੁਤ ਰੋਇਆ। ਪਹਿਲਾਂ ਸਾਡੀ ਮੰਗਣੀ ਹੋਈ, ਫਿਰ ਵਿਆਹ ਹੋ ਗਿਆ। ਨਹੀਂ ਮੈਂ ਜਾਣ ਪਛਾਣ ਹੈ ਹੀ ਪਹਿਲਾਂ ਜਾਣ ਪਛਾਣ ਨਹੀਂ? ਅੱਛਾ, ਉਦਾਂ ਦੀ ਕੋਈ ਜਾਣ ਪਛਾਣ ਨਹੀਂ ਕੁੱਲੀ ਵਾਲੀ? ਨਾ, ਉਹਨਾਂ ਨੇ ਕਿਸੇ ਦੀ ਮੰਗਣੀ ਹੋਈ ਮੁੰਡੇ ਦੀ, ਤੇ ਵਿਆਹ ਨੂੰ ਅਜੇ 2-3 ਮਹੀਨੇ ਹੈਗੇ ਸੀ ਉਹਦੇ, ਤੇ ਹੁਣ ਉਹਦੀ ਮੰਗੇਤਰ ਤੇ ਉਹ ਅਕਸਰ ਮਿਲ ਲੈਂਦੇ ਸੀ ਕਦੀ ਕਦੀ। ਤੇ ਮੁੰਡੇ ਕੋਲ ਸੀ ਬੁਲਟ ਮੋਟਰਸਾਈਕਲ, ਉਹਦੇ ਪਿੱਛੇ ਬਿਠਾਉਂਦਾ ਸੀ, ਕਦੀ ਰਈਏ ਲੈ ਗਿਆ, ਕਦੀ ਜੰਡਿਆਲੇ ਲੈ ਗਿਆ, ਥੋੜ੍ਹੀ ਜਿਹੀ ਲੌਂਗ ਰਾਈਡ 'ਤੇ ਚੱਲ ਜਾਂਦੇ ਸੀ, ਨਾਲੇ ਗੱਲਾਂ ਬਾਤਾਂ ਹੋ ਜਾਂਦੀਆਂ ਸੀ। ਪਰ ਉਹਨੇ ਮੁੰਡੇ ਨੇ ਮਹਿਸੂਸ ਕੀਤਾ ਵੀ ਬੁਲਟ ਦੀ ਆਵਾਜ਼ ਬੜੀ ਹੈ ਯਾਰ, ਕਈ ਵਾਰੀ ਗੱਲ ਸੁਣਾਈ ਨਹੀਂ ਦਿੰਦੀ, ਤੇ ਮਤਲਬ ਬੜਾ ਉਹਨੂੰ ਕੀ ਕਹਿੰਦੇ ਨੇ ਪਿਆਰ ਜਿਹਾ ਹੋ ਗਿਆ ਸੀ ਉਹਦੇ ਨਾਲ, ਵੀ ਕੰਫਰਟੇਬਲ ਜਿਹਾ ਹੋਣਾ ਚਾਹੀਦਾ ਸਾਡਾ। ਉਹਨੇ ਬੁਲਟ ਵੇਚ ਕੇ ਹੋਂਡਾ ਲੈ ਲਿਆ। ਫਿਰ ਉਹਨਾਂ ਨੂੰ ਲੱਗਿਆ ਠੀਕ ਹੈ ਇਹਦੀ ਆਵਾਜ਼ ਹੁਣ ਘੱਟ ਆ, ਤੇ ਚਲੋ ਘੁੰਮਦੇ ਫਿਰਦੇ ਤੇ ਰਹੀ। ਪਰ 1.5 ਮਹੀਨੇ ਬਾਅਦ ਉਹਨਾਂ ਦਾ ਵਿਆਹ ਹੋ ਗਿਆ, ਤੇ ਵਿਆਹ ਤੋਂ 1.5-2 ਮਹੀਨੇ ਲੰਘੇ ਜੀ, ਉਹਨੇ ਹੋਂਡਾ ਵੇਚ ਕੇ ਫਿਰ ਬੁਲਟ ਲੈ ਲਿਆ। ਲਾ ਲਿਆ ਸਾਹਿਬ, ਫਿਰ ਉਹਦੀ ਗੱਲਾਂ ਬੁਰੀਆਂ ਲੱਗੀਆਂ। ਹੁਣ ਤੁਹਾਡੇ ਕੋਲ ਬੁਲਟ ਆ ਨਾ ਤੁਹਾਡੇ ਕੋਲ? ਇਹ ਕਈ ਵਾਰੀ ਇਹ ਨਹੀਂ ਕਿ ਬੰਦੇ ਹੀ ਚੁਟਕਲੇ ਸੁਣਾਉਂਦੇ ਨੇ, ਲੇਡੀਜ਼ ਵੀ ਸੁਣਾਉਂਦੀਆਂ ਨੇ, ਔਰ ਬੜੇ ਢੰਗ, ਉਹਨਾਂ ਦੇ ਜਵਾਬ ਵੀ ਅਜੀਬ ਹੁੰਦੇ ਨੇ। ਹੁਣ ਮੀਆਂ ਬੀਬੀ ਦੀ ਲੜਾਈ ਹੋ ਗਈ, ਉਹ ਬੰਦਾ ਕਹਿੰਦਾ ਦੇਖ ਮੇਰੀ ਕੁਰਬਾਨੀ ਵੇਖ, ਜਦੋਂ ਸਾਡਾ ਰਿਸ਼ਤਾ ਹੋਇਆ ਸੀ ਨਾ, ਮੈਂ ਤੈਨੂੰ ਵੇਖਿਆ ਵੀ ਨਹੀਂ, ਤੇ ਫਿਰ ਵੀ ਤੇਰੇ ਨਾਲ ਵਿਆਹ ਕਰਾ ਲਿਆ। ਉਹ ਕਹਿੰਦੀ ਕੁਰਬਾਨੀ ਮੇਰੀ ਵੇਖ, ਮੈਂ ਤੈਨੂੰ ਗਾਏ ਬਗਾਏ ਵੇਖ ਵੀ ਲਿਆ ਸੀ ਕਿਤੇ, ਮੈਂ ਤਾਂ ਵੀ ਕਰਵਾ ਲਿਆ। ਇਹ ਜਿਹੜਾ ਵਿਆਹ ਹੋਣਾ ਨਾ, ਆਪਣੇ ਬਾਰੇ ਮੈਂ ਕਹਾਂ ਤੇ, ਜੇ ਮੈਂ ਸਰੀਰਕ ਤੌਰ ਤੇ ਤੁਹਾਨੂੰ ਦੇਖ ਰਿਹਾ ਨਾ ਜਿਉਂਦਾ, ਤੇ ਉਹ ਇਹਦੇ ਕਰਕੇ ਦੇਖ ਰਿਹਾ। ਅੱਛਾ। ਇੰਨਾ ਕੀ ਸਮਝੋ ਤੁਸੀਂ? ਕੋਈ ਟ੍ਰੈਜਡੀ ਹੋਈ ਆ ਜੋ? ਕੋਈ ਨਹੀਂ, ਕੁਝ ਨਹੀਂ ਹੋਇਆ, ਟ੍ਰੈਜਡੀ ਹੋ ਸਕਦੀ। ਮੈਂ ਕੋਈ ਆਪਣਾ ਖਿਆਲ ਆਪੇ ਰੱਖਣ ਵਾਲਾ ਇੰਨਾ ਵਧੀਆ ਬੰਦਾ ਨਹੀਂ ਹਾਂ। ਮਤਲਬ ਇਹਨਾਂ ਨੇ ਕੇਅਰ ਕੀਤੀ ਤੁਹਾਡੀ? ਹਾਂ, ਬਹੁਤ ਜ਼ਿਆਦਾ ਕੇਅਰਿੰਗ ਹੈ ਨਾ? ਚੰਗੀ ਤਰ੍ਹਾਂ ਵੀ ਕੀਤੀ ਤੇ ਬੁਰੀ ਤਰ੍ਹਾਂ ਵੀ ਕੀਤੀ। ਚੰਗੀ ਤਰ੍ਹਾਂ ਵਾਲੀ ਤੇ ਦੱਸਦੀ ਆ, ਬੁਰੀ ਤਰ੍ਹਾਂ ਵਾਲੀ ਦੱਸੋ ਤੁਹਾਨੂੰ। ਉਹ ਦੱਸੋ ਜ਼ਰਾ। ਮਤਲਬ ਹਰ ਤਰ੍ਹਾਂ ਨਾਲ ਕੀਤੀ। ਨਹੀਂ, ਉਹ ਬੁਰੀ ਤਰ੍ਹਾਂ ਵਾਲੀ ਦੱਸੋ, ਸਾਨੂੰ ਪਤਾ ਹੋਵੇ ਨਾ। ਪੂਰੀ ਤਰ੍ਹਾਂ ਵਾਲੀ ਇੱਕ ਵਾਰੀ ਨਾ ਮੈਂ ਐਨਕ ਬਣਵਾਈ, ਨਜ਼ਰ ਵਾਲੀ, ਤੇ ਅਸੀਂ ਐਨਕ ਲੈਣ ਗਏ ਆਪਟੀਕੋ ਵਾਲੇ ਆ ਉੱਥੇ ਕੂਪਰ ਰੋਡ ਤੇ, ਤੇ ਉਹਨਾਂ ਨੇ ਮੈਨੂੰ ਐਨਕ ਲਾਈ, ਤੇ ਮੈਂ ਥੋੜਾ ਚੈੱਕ ਕਰਨ ਲਈ ਨਾ ਦੁਕਾਨ ਤੋਂ ਬਾਹਰ ਆ ਕੇ ਨਾ ਬਾਜ਼ਾਰ ਵਾਲੇ ਤਰ੍ਹਾਂ ਵੇਖਣ ਡਿਆ। ਅੱਛਾ, ਵੀ ਸਹੀ ਨਜ਼ਰ ਆ ਰਿਹਾ। ਮੈਂ ਤਾਂ ਨੋਰਮਲ ਹੀ ਦੇਖ ਰਿਹਾ ਸੀ, ਇਹਨੂੰ ਲੱਗਾ ਵੀ ਨੋਰਮਲ ਨਹੀਂ ਦੇਖ ਰਿਹਾ। ਹੁਣ ਕਾਫੀ ਇੱਥੇ ਲਾਂਘਾ ਸੀ, ਕੁੜੀਆਂ, ਤੇ ਇਹਨੇ ਮੇਰੇ ਵੱਲ ਵੇਖਿਆ ਵੀ ਇਹਨੂੰ ਲੱਗਿਆ ਕਿ ਨੋਰਮਲ ਨਹੀਂ ਦੇਖ ਰਿਹਾ, ਤੇ ਮੈਨੂੰ ਕਹਿੰਦੀ ਤੇਰੀ ਤੇ ਨਾ ਦੂਰ ਦੀ ਨਜ਼ਰ ਖਰਾਬ ਚਾਹੀਦੀ। ਪਰ ਉਹ ਮੈਂ ਹਾਸੇ 'ਚ ਹੀ ਕਿਹਾ ਸੀ, ਪਰ ਉਹ ਸੀਰੀਅਸ ਹੋ ਗਿਆ ਨਾ ਕੰਮ। ਹਾਂਜੀ, ਚਾਹੀਦੀ ਵਾਕਈ ਏਦਾਂ ਹੀ ਆ, ਬੰਦਿਆਂ ਨੂੰ ਦੂਰ ਦੀ ਨਜ਼ਰ ਕਮਜ਼ੋਰ ਹੀ ਚਾਹੀਦੀ। ਪਰ ਇਹਨਾਂ ਦੀ ਨਜ਼ਰ ਨਹੀਂ ਖਰਾਬ, ਇਹਨਾਂ ਦੀ ਨਿਗਾਹ ਖਰਾਬ ਹੈ। ਨਿਗਾਹ ਖਰਾਬ ਹੋਰ ਹੁੰਦੀ ਹੈ, ਨਜ਼ਰ ਖਰਾਬ ਹੋਰ ਹੁੰਦੀ ਹੈ। ਅੱਛਾ, ਇਹ ਖਰਾਬ ਕੇਅਰਿੰਗ ਆ, ਹੈ ਨਾ? ਬਸ ਜਗਜੀਤ ਜੀ ਇਸ ਤਰ੍ਹਾਂ ਮੁੱਕ ਦੀ ਗੱਲ ਪਤਾ ਕੀ ਆ, ਚਲੋ ਮੁਕਾਉਂਦੇ ਤੇ ਨਹੀਂ ਆਪਾਂ ਜੀ,
ਜ਼ਿੰਦਗੀ ਦੇ ਜਿੰਨੇ ਸਾਲ ਲੰਘੇ ਨਾ ਇਸ ਤਰ੍ਹਾਂ ਹੀ ਲੰਘੇ। ਹਾਂ ਦੁੱਖ 'ਚ ਵੀ ਆਪਾਂ ਹਾਂ ਹੱਸਦੇ ਹੀ ਰਹੇ, ਸੁੱਖ ਦੇ ਵਿੱਚ ਤੇ ਫਿਰ ਆਪਾਂ ਮਾਣ ਹੀ ਨਹੀਂ ਹੁੰਦੇ। ਨਹੀਂ, ਮੈਂ ਅੱਜ ਤੱਕ ਕਦੀ ਨਹੀਂ ਖਿਜੀ ਜਦੋਂ ਇਹ ਕੰਮ ਕਰਦੇ ਨੇ। ਮਤਲਬ ਇਹਨਾਂ 'ਚ ਇੱਕ ਮੈਂ ਪੇਸ਼ੈਂਸ ਦੇਖਦੀ ਹਾਂ, ਇੱਕ ਮੈਂ ਕਦੀ ਇਹਨਾਂ ਨੂੰ ਡਿਸਟਰਬ ਨਹੀਂ ਕੀਤਾ ਕਦੀ ਵੀ। ਜਦੋਂ ਕੰਮ ਕਰਦੇ ਹੋਣ ਇਹਨਾਂ ਨੂੰ ਪਾਣੀ ਚਾਹੀਦਾ ਹੋਵੇ ਰੱਖ ਜਾਂਦੀ ਹਾਂ ਟੇਬਲ ਤੇ, ਚਾਹ ਚਾਹੀਦੀ ਹੋਵੇ ਦੇ ਦਿੰਦੀ ਹਾਂ। ਇਹਨਾਂ ਨੂੰ ਕੰਮ ਕਰਦੇ ਹਾਂ ਮੈਂ ਕਦੀ ਆਵਾਜ਼ ਵੀ ਨਹੀਂ ਮਾਰੀ। ਮੈਨੂੰ ਹੁੰਦਾ ਇਹਨਾਂ ਦਾ ਮਨ ਲੱਗਿਆ ਇਹ ਕਰ ਲੈਣ, ਕਰਦੇ ਵੀ ਨੇ। ਤੇ ਕੰਮ ਕਰਕੇ ਜਦੋਂ ਇਹ ਕਦੀ ਮੈਨੂੰ ਸਲਾਹ ਵਾਸਤੇ ਬੁਲਾਉਂਦੇ ਨੇ ਕਿ ਦੇਖੋ ਕੰਮ ਠੀਕ ਹੋਇਆ, ਫਿਰ ਮੈਂ ਦੇਖਦੀ ਹਾਂ, ਜੇ ਮੈਨੂੰ ਸਹੀ ਲੱਗੇ ਮੈਂ ਠੀਕ ਕਹਿੰਦੀ ਹਾਂ। ਮਤਲਬ ਪੂਰੀ ਸਮਝ ਇਹ ਜਦੋਂ ਸਮਝਾਉਂਦੇ ਨੇ ਮੈਨੂੰ ਉਦੋਂ ਪਤਾ ਲੱਗਦਾ ਹੈ ਕਿ ਵੀ ਹਾਂ ਇਹੋ ਚੀਜ਼ ਬਣੀ ਹੈ। ਤੇ ਜੇ ਮੈਨੂੰ ਅੱਛੀ ਲੱਗੇ ਫਿਰ ਮੈਂ ਇਹਨਾਂ ਨੂੰ ਕਹਿ ਦਿੰਦੀ ਹਾਂ ਬਿਲਕੁਲ ਠੀਕ ਹੈ। ਜੇ ਉਹਦੇ 'ਚ ਕੋਈ ਕਮੀ ਲੱਗੇ ਉਹ ਮੈਂ ਦੱਸ ਦਿੰਦੀ ਹਾਂ। ਬਾਕੀ ਕੰਮ ਇਸ ਕੰਮ ਦੇ ਵਿੱਚ ਇਹਨਾਂ ਦੀ ਪੂਰੀ ਪੇਸ਼ੈਂਸ ਆ। ਤੇ ਜਦੋਂ ਰੋਟੀ ਦੀ ਭੁੱਖ ਲੱਗੇ 1 ਮਿੰਟ ਵੀ ਇਹਨਾਂ ਨੇ ਸਾਹ ਨਹੀਂ ਲੈਣਾ, ਜਲਦੀ ਦੇ ਦੇ ਜਲਦੀ ਦੇ ਦੇ, ਉਸੇ ਵੇਲੇ ਟੇਬਲ ਤੇ ਚਾਹੀਦੀ ਹੈ। ਹੋਰ ਨਹੀਂ ਆਪ ਨਹੀਂ ਪਕਾਉਂਦੇ? ਨਹੀਂ, ਨੈਵਰ। ਕੀ ਚਾਹ ਵੀ ਬਣਾਉਂਦੇ? ਹਾਂ, ਚਾਹ ਸਵੇਰੇ ਜਿਹੜੀ ਉੱਠ ਕੇ ਇਹਨਾਂ ਨੇ ਪੀਣੀ ਨਾ 2-3 ਵਾਰੀ, ਉਹ ਇਹਨਾਂ ਨੇ ਆਪ ਬਣਾਉਣੀ ਹੈ। ਉਸ ਤੋਂ ਬਾਅਦ ਫਿਰ ਸਾਰਾ ਦਿਨ ਰੋਟੀ ਨਹੀਂ ਪਕਾਉਂਦੇ, ਭਾਂਡੇ ਫਿਰ ਕਾਹਦੇ ਚੰਗੇ ਵਧੀਆ? ਨਹੀਂ ਨਹੀਂ ਆਦਮੀ ਪਤਾ ਕਿ ਬਾਕੀ ਜੇ ਕੋਈ ਕੰਮ ਕਰਦੇ ਨੇ ਖਿਜਦੇ ਨੇ ਜਾਂ ਇਹਨਾਂ ਚੋਂ ਨਹੀਂ, ਇਹਨਾਂ ਨੇ ਮੈਨੂੰ ਅੱਜ ਤੱਕ ਕਦੀ ਗੁੱਸੇ ਨਹੀਂ ਹੋਏ। ਅੱਛਾ, ਇਹਨਾਂ ਨੂੰ ਗੁੱਸੇ ਹੋਣਾ ਨਹੀਂ ਆਉਂਦਾ। ਨਹੀਂ ਤੁਸੀਂ ਆ ਝੂਠੀਆਂ ਸਿਫਤਾਂ ਕਰਨ ਦੇ? ਨੈਵਰ ਕਦੀ ਵੈਸੇ ਆ ਕੇ ਵੇਖ ਸਕਦੇ ਹੋ ਤੁਸੀਂ। ਅੱਛਾ, ਮਤਲਬ ਇਹ ਗੁੱਸੇ ਨਹੀਂ ਹੁੰਦੇ ਕਦੀ, ਇਹਨਾਂ ਨੂੰ ਗੁੱਸਾ ਨਹੀਂ ਆਉਂਦਾ। ਪਹਿਲੇ ਤੇ ਬਿਲਕੁਲ ਹੀ ਨਹੀਂ ਸੀ, ਹੁਣ ਕਦੀ ਕਦੀ ਨਾ ਇਹਨਾਂ ਨੂੰ ਬੁੱਢੇ ਹੋ ਗਏ ਨਾ। ਨਹੀਂ, ਮੇਰੇ ਲਈ ਬਹੁਤ ਵਧੀਆ ਉਮਰ ਦਾ ਹਿਸਾਬ ਹੋ ਜਾਂਦਾ ਵੀ। ਨਹੀਂ ਬੰਦਾ ਬਹੁਤ ਵਧੀਆ ਹੈ। ਮਤਲਬ ਗੁੱਸੇ ਨਹੀਂ ਹੁੰਦੇ ਨਾ, ਇਹਨਾਂ ਨੂੰ ਗੁੱਸੇ ਹੋਣਾ ਹੁੰਦਾ। ਬਾਕੀ ਜਿੰਨੀ ਵੀ ਪੇਸ਼ੈਂਸ ਹੈ ਨਾ ਸਾਰੀ ਇਹਨਾਂ ਦੀ ਇਕੱਠੀ ਹੋ ਕੇ ਕੰਮ 'ਚ ਪੈਂਦੀ ਹੈ। ਬਾਕੀ ਹੋਰ ਕਿਸੇ ਚੀਜ਼ ਵਾਸਤੇ ਇਹਨਾਂ ਪੇਸ਼ੈਂਸ। ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ ਸਮਝਦੇ ਆ? ਨਹੀਂ 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 ਜੀ, ਉਹ ਇਹਨਾਂ ਨੂੰ ਪਤਾ ਹੀ ਨਹੀਂ ਬੱਚੇ ਪੜ੍ਹ ਕਦੋਂ ਗਏ ਨੇ, ਅੱਛਾ ਕਦੋਂ ਜੌਬ ਦੇ ਲੱਗ ਗਏ ਨੇ। ਸਾਰੇ ਬੱਚਿਆਂ ਵਾਲੀ ਇਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਵੀ ਕਿਹੜੀ ਕਲਾਸ 'ਚ ਪੜ੍ਹਦੇ ਪਏ ਨੇ ਬੱਚੇ। ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਨੇ ਚੁੱਕੀ। ਅੱਛਾ ਅੱਛਾ, ਬਸ ਉਹ ਆ ਵੀ ਚੁੱਪ ਰਹੋ ਹਾਂ ਤੇ ਦਿਹਾੜਾ ਕਰੋ, ਚੁੱਪ ਦੜ ਵੱਟ ਕੇ। ਨਹੀਂ, ਇਹਨਾਂ ਨੇ ਕਦੀ ਉਹ ਨਹੀਂ। ਨਾ ਤੁਹਾਡੇ ਕੰਮ 'ਚ ਦਖਲ ਦਿੰਦੇ? ਹਾਂ ਨਾ, ਮੈਂ ਇਹਨਾਂ ਦੇ ਕੰਮ 'ਚ ਦਖਲ ਦਿੰਦੀ ਹਾਂ। ਤੁਹਾਨੂੰ ਨਹੀਂ ਕੋਈ ਸ਼ੌਂਕ ਜਿੱਦਾਂ ਕਵਿਤਾ ਲਿਖਣ ਦਾ ਜਾਂ ਚਿੱਤਰਕਾਰੀ ਦਾ? ਨਹੀਂ, ਮੈਂ ਪੜ੍ਹਦੀ ਹਾਂ ਕਦੀ ਕਦੀ। ਨਰਿੰਦਰ ਸਿੰਘ ਕਪੂਰ ਦੀਆਂ ਕਿਤਾਬਾਂ ਮੈਨੂੰ ਅੱਛੀਆਂ ਲੱਗਦੀਆਂ, ਉਹ ਮੈਂ ਪੜ੍ਹਦੀ ਹਾਂ। ਓਸ਼ੋ ਮੈਂ ਪੜ੍ਹਿਆ। ਤੁਸੀਂ ਵੀ ਓਸ਼ੋ ਦੇ ਭਗਤ ਜੀ? ਭਗਤ ਨਹੀਂ ਆ, ਬਸ ਮੈਨੂੰ ਉਹਨਾਂ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਲੱਗਦੀਆਂ ਉਹ ਮੈਂ ਕਿਤਾਬਾਂ ਉਹਨਾਂ ਦੀਆਂ ਬਹੁਤ ਪੜ੍ਹੀਆਂ ਨੇ। ਤੇ ਸਗੋਂ ਇਹ ਭੋਲੂ ਜਿਹਾ ਮੈਨੂੰ ਤੇ ਪਿਆਰ ਹੁੰਦਾ ਹੈ ਜਦੋਂ ਇਹੋ ਜਿਹੀਆਂ ਗੱਲਾਂ ਦੱਸਦੇ ਨੇ। ਮਤਲਬ ਗੱਲ ਦੱਸਣ ਦੇ ਸਟਾਈਲ ਤੇ ਹੀ ਮੈਨੂੰ ਪਿਆਰ ਹੁੰਦਾ ਹੈ। ਭੋਲੇਪਣ ਦੇ ਨਾਲ ਕਹਿੰਦੇ ਨੇ। ਹਾਂਜੀ ਹਾਂਜੀ, ਵੀ ਕੋਈ ਹੁੰਦੀ ਸੀ ਕੁੜੀ ਹਾਂ ਹੈਨਾ। ਪਰ ਪਤਾ ਕੀ ਆਪਣੀ ਉਮਰ ਹੁੰਦੀ ਹੈ, ਫਿਰ ਕੀ ਹੈ, ਹਰ ਉਮਰ ਨਾਲ ਹਰ ਕੁਝ ਸਭ ਕੁਝ ਚੰਗਾ ਲੱਗਦਾ। ਪਰ ਜੇ ਹੁਣ ਕੋਈ ਗੱਲ ਦਾ ਪਤਾ ਲੱਗੇ ਫੇਰ ਨਹੀਂ ਛੱਡਣਾ। ਹਾਂ, ਫੇਰ ਨਹੀਂ ਛੱਡਣਾ। ਉਹੀ ਤੇ ਇਹਨਾਂ ਨੇ ਕਿਹਾ ਸੀ ਵੀ ਬੁਰੀ ਤਰ੍ਹਾਂ ਵੀ ਸਾਂਭਿਆ ਇਹਨੇ ਮੈਨੂੰ ਤੇ ਚੰਗੀ ਤਰ੍ਹਾਂ ਵੀ ਸਾਂਭਿਆ। ਇਹ ਉਹਦੇ ਨਾਲ ਸੰਬੰਧਿਤ ਸੀ ਕੀ ਗੱਲ। ਬਾਕੀ ਸੋਹਣੇ ਹੋਣ ਕਰਕੇ ਨਾ ਡੁੱਲਦੀਆਂ ਬਹੁਤੀਆਂ ਹੀ ਨੇ। ਇਹ ਨਹੀਂ ਮੈਨੂੰ ਪਤਾ ਹੁਣ ਕੌਣ ਕੌਣ ਡੁੱਲ ਜਾਂਦੀਆਂ। ਇੱਕ ਪੜ੍ਹੇ ਲਿਖੇ, ਇੱਕ ਇਹਨਾਂ ਨੂੰ ਗੱਲਾਂ ਬੜੀਆਂ ਆਉਂਦੀਆਂ ਨੇ, ਇੱਕ ਇਹਨਾਂ ਦੇ ਗੱਲ ਕਰਨ ਦਾ ਸਟਾਈਲ, ਇੱਕ ਦੂਰੋਂ ਅੰਗਰੇਜ਼ ਲੱਗਦੇ ਆ। ਤੇ ਉਹ ਹਰ ਕੋਈ ਨਾ ਭੁਲੇਖਾ ਕਰਦਾ। ਹਾਂ, ਤੇ ਬਾਕੀ ਬੜੀ ਖੁਸ਼ ਹੁੰਦੀ, ਬੜੇ ਖੁਸ਼ ਹੁੰਦੇ, ਬੜੇ ਸਵਾਈ ਵੀ ਮੈਂ ਅੰਗਰੇਜ਼ ਲੱਗਦਾ। ਨਹੀਂ ਨਹੀਂ ਸੱਚੀ। ਚਲੋ ਵਧੀਆ, ਇਦਾਂ ਹੀ ਹੈ ਨਾ ਹਾਂਜੀ, ਜ਼ਿੰਦਗੀ ਬਤੀਤ ਹੁੰਦੀ ਜਾਵੇ।